ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ, ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਢਿੱਲੋਂ ਸਾਹਿਬ, ਸਰਸੇ ਵਾਲਾ ਲਗਾਤਾਰ ਚਰਚਾ ਚ, ਕਿਤੇ ਕਿਸੇ ਗੱਲ ਕਰਕੇ, ਕਿਤੇ ਕਹਿੰਦੇ ਡੁਪਲੀਕੇਟ ਹੈ, ਕਿਤੇ ਕੁਛ। ਹੁਣ ਫਿਰ ਇਸੇ ਕਰਕੇ ਕਹਿੰਦੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਬਿਲਕੁਲ, ਪਹਿਲਾਂ ਆਪਾਂ ਗੱਲ ਡੁਪਲੀਕੇਟ ਵਾਲੀ ਕਰ ਲਈਏ। ਕੁਝ ਪ੍ਰੇਮੀਆਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕਰਤੀ, ਪਟੀਸ਼ਨ ਦਾਇਰ ਕਰਤੀ। ਸੌਰੀ, ਅਪੀਲ ਨਹੀਂ ਜੀ, ਪਟੀਸ਼ਨ ਦਾਇਰ ਕਰ ਦਿੱਤੀ ਕਿ ਇਹ ਜਿਹੜਾ ਬੰਦਾ ਇਸ ਵੇਲੇ ਬਾਗਪਤ ਦੇ ਨੇੜੇ ਇੱਕ ਡੇਰੇ ਦੇ ਆਸ਼ਰਮ ਦੇ ਵਿੱਚ ਰਹਿ ਰਿਹਾ ਹੈ ਜੀ, ਇਹ ਗੁਰਮੀਤ ਰਾਮ ਰਹੀਮ ਨਹੀਂ ਹੈਗਾ। ਇਹ ਬੰਦਾ ਕੋਈ ਹੋਰ ਹੈ ਜੀ। ਕਹਿੰਦੇ ਇਹਦੀ ਬਾਡੀ ਲੈਂਗੁਏਜ ਜਿਹੜੀ ਹੈਗੀ ਹੈ ਉਹ ਦੱਸਦੀ ਹੈ ਕਿ ਇਹ ਬੰਦਾ ਹੋਰ ਹੈ ਜੀ। ਇੱਕ ਤਾਂ ਕਹਿੰਦੇ ਜਿਹੜੇ ਪੁਰਾਣੇ ਪ੍ਰੇਮੀ ਗਏ, ਉਹਦੇ ਯਾਰ ਮਿੱਤਰ ਗਏ, ਉਹਨੇ ਕਿਸੇ ਨੂੰ ਪਛਾਣਿਆ ਹੀ ਨਹੀਂ। ਅੱਛਾ ਜੀ। ਦੂਜਾ ਕਹਿੰਦੇ ਉਹਦੇ ਕੱਦ ਵੀ ਉਹਦਾ ਥੋੜਾ ਜਿਹਾ ਵੱਧ ਗਿਆ। ਉਹਦੀਆਂ ਉਂਗਲਾਂ ਵੀ ਵਧੀਆਂ ਹੋਈਆਂ ਤੇ ਬਾਹਾਂ ਵੀ ਵਧੀਆਂ ਹੋਈਆਂ। ਅੱਛਾ ਜੀ, ਵੀ ਜਿਵੇਂ ਫੀਤੇ ਮਾਰੀ ਬੈਠੇ ਹੁੰਦੇ ਆ। ਕਹਿੰਦੇ ਜਿਹੜਾ ਦੂਜਾ ਸੀ ਉਹਨੂੰ ਤਾਂ ਕਹਿੰਦੇ ਅਗਵਾ ਕਰ ਲਿਆ ਤੇ ਉਦੇਪੁਰ ਲੈ ਗਏ ਸੀ। ਜਾਂ ਤਾਂ ਉਹਨੂੰ ਕਤਲ ਕਰਤਾ ਤੇ ਜਾਂ ਉਹਨੂੰ ਅਗਵਾ ਕਰਕੇ ਬੰਦੀ ਬਣਾ ਕੇ ਰੱਖਿਆ ਹੋਇਆ। ਅੱਛਾ ਜੀ। ਇਹ ਪਟੀਸ਼ਨ ਦਾਇਰ ਕਰਤੀ। ਮੈਨੂੰ ਹੈਰਾਨੀ ਹੋਈ ਜਦੋਂ ਇਸ ਪਟੀਸ਼ਨ ਨੂੰ ਦਰਜ ਕਰ ਲਿਆ ਸੁਣਵਾਈ ਵਾਸਤੇ ਜੀ, ਕਿ ਵਾਹਿਆਤ ਦੀ ਜਿਹੜੀ ਇਹ ਪਟੀਸ਼ਨ ਹੈ ਇਹਨੂੰ ਦਰਜ ਕਰਨ ਦੀ ਕੋਈ ਲੋੜ ਹੀ ਨਹੀਂ ਪੈਂਦੀ। ਚਲੋ, ਅਗਲੇ ਦਿਨ ਜਦੋਂ ਸੁਣਵਾਈ ਹੋਈ ਪਹਿਲੀ ਪੇਸ਼ੀ ਤੇ ਹੀ ਜੀ, ਤੇ ਉਦੋਂ ਬਹੁਤ ਵਧੀਆ ਗੱਲ ਕੀਤੀ ਮਾਨਯੋਗ ਹਾਈ ਕੋਰਟ ਨੇ, ਚਲਾ ਕੇ ਮਾਰੀ। ਉਹ ਕਹਿੰਦੇ ਵੀ ਇਹ ਕਿਹੜੀ ਪਟੀਸ਼ਨ ਹੈ? ਇਹ ਅਦਾਲਤਾਂ ਦਾ ਸਮਾਂ ਖਰਾਬ ਕਰਨ ਤੇ ਤੁਲ ਹੈ। ਅੱਛਾ ਜੀ। ਇਹਦੇ ਵਿੱਚ ਕੁਝ ਵੀ ਨਹੀਂ, ਇਹਦੇ ਸਾਨੂੰ ਕੋਈ ਹੈ ਨਹੀਂ। ਇਹ ਜੇ ਹੁਣ ਆਪਾਂ ਦੇਖੀਏ ਉਹਨੇ ਕਿਉਂ ਕੀਤਾ ਸੀ, ਇਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਕਿਸੇ ਇੱਕ ਗਰੁੱਪ ਨੇ ਕੀਤਾ। ਮੇਰੇ ਖਿਆਲ ਮੁਤਾਬਕ ਇਹ ਉਹਦੀ ਪਬਲਿਸਿਟੀ ਦਾ ਇੱਕ ਸਟੰਟ ਸੀ। ਵੀ ਚਰਚਾ ਚਾਹੀਏ ਕਿ ਵੀਰੇ ਆਪਾਂ ਕਹਿੰਦੇ ਕਿ ਖਬਰਾਂ 'ਚ ਰਹਿਣ ਦੇ ਲਈ ਬੰਦਾ ਬਹੁਤ ਕੁਝ ਕਰਦਾ, ਬੜਾ ਕੁਝ ਕਰਦਾ ਹੈ। ਖਬਰਾਂ 'ਚ ਰਹਿਣ ਵਾਸਤੇ ਕੁਛ ਨਾ ਚਰਚਾ ਚਾਹੀਏ। ਫਿਰ ਅਚਨਚੇਤ ਚਰਚਾ ਚਾਹੁੰਦੇ ਆ। ਹੁਣ ਪਿਛਲੇ ਦਿਨੀ ਗੁਰੂ ਪੁੰਨਿਆ ਸੀ। ਹਾਂਜੀ। ਗੁਰੂ ਪੁੰਨਿਆ ਦੇ ਮੌਕੇ ਤੇ ਕਹਿੰਦੇ ਵੀ ਜਿੰਨੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਡੇਰੇ ਆ ਤੇ ਸਾਰੇ ਡੇਰਿਆਂ ਨੂੰ ਕਹਿਤਾ। ਬਾਕੀ ਭਾਰਤ ਦਾ ਸਾਨੂੰ ਪਤਾ ਨਹੀਂ, ਪੰਜਾਬ ਦਾ ਆਪਾਂ ਨੂੰ ਜ਼ਰੂਰ ਪਤਾ ਹੈ। ਅੱਛਾ ਜੀ। ਕਿਉਂਕਿ ਪੰਜਾਬ 'ਚ ਤਾਂ ਆਪਾਂ ਅੱਖੀਂ ਦੇਖਿਆ ਸਾਰਾ ਕੁਛ। ਉਹਨਾਂ ਡੇਰਿਆਂ 'ਚ ਕਹਿਤਾ ਕਿ ਆਨਲਾਈਨ ਸਤਸੰਗ ਹੋਊਗੀ। ਵੱਡੀਆਂ ਵੱਡੀਆਂ ਤੁਸੀਂ ਆ ਲਾ ਲਓ ਸਕਰੀਨਾਂ। ਹਾਂਜੀ। ਔਰ ਉੱਥੇ ਇਕੱਤਰ ਹੋ ਜਾਓ, ਉੱਥੇ ਤੁਹਾਡੇ ਨਾਲ ਸਿੱਧੀ ਗੱਲਬਾਤ ਹੋਊਗੀ। ਫਿਰ ਕਹਿੰਦੇ ਜੀ ਉਹ ਗੁਰੂ ਪੁੰਨਿਆ ਦਾ ਜਿਹੜਾ ਹੈਗਾ ਬਕਾਇਦਾ ਕੇਕ ਕੱਟਿਆ ਗਿਆ। ਅੱਛਾ ਜੀ। ਪੂਰਾ ਉਹੀ ਸਾਰਾ ਸਿਲਸਿਲਾ ਕੀਤਾ ਗਿਆ। ਦੋਨੀ ਪਾਸੇ ਸ਼ੇਰ ਬਣਾਏ ਗਏ, ਬਿਠਾਇਆ ਗਿਆ। ਬਿਠਾ ਕੇ ਉੱਥੇ ਕਵਿਤਾਵਾਂ, ਗੀਤ ਵਗੈਰਾ ਵੀ ਉਹਨਾਂ ਦੇ ਪੜ੍ਹੇ। ਮੁਜੱਸਮਾ ਪੂਰਾ ਲੱਗਾ। ਪੂਰਾ ਮੁਜੱਸਮਾ ਲੱਗਿਆ। ਤੇ ਉਹ ਤੋਂ ਬਾਅਦ ਫਿਰ ਉਹਨੇ ਆਪਣੇ ਸੰਦੇਸ਼ ਵੀ ਦੇਣੇ ਸ਼ੁਰੂ ਕਰਤੇ। ਕਈ ਥਾਵਾਂ ਤੇ ਤਾਂ ਇਹਦਾ ਨੋਟਿਸ ਨਹੀਂ ਲਿਆ ਗਿਆ ਜੀ। ਲੇਕਿਨ ਜੇ ਆਪਾਂ ਪੰਜਾਬ ਦੇ ਸ਼ੁਰੂ ਤੋਂ ਲੈ ਕੇ ਦੇਖੀਏ, ਸ਼ੁਰੂ ਜੇ ਆਪਾਂ ਦੇਖੀਏ ਪੰਜਾਬ ਦਾ, ਤਾਂ ਮੈਂ ਬਾਰਡਰ ਦੇ ਏਰੀਏ ਤੋਂ ਗੱਲ ਕਰੂੰਗਾ। ਅੰਮ੍ਰਿਤਸਰ ਸਾਹਿਬ, ਅੰਮ੍ਰਿਤਸਰ ਤਰਨ ਤਾਰਨ ਦੇ ਇਲਾਕੇ 'ਚ ਜੀ, ਉੱਥੋਂ ਲੈ ਕੇ ਡੇਰਾਬੱਸੀ ਤੱਕ ਕਈ ਥਾਵਾਂ ਦੇ ਉੱਤੇ ਤਕੜਾ ਵਿਰੋਧ ਹੋਇਆ।
ਜੀ ਸਿੱਖ ਸੰਗਤਾਂ ਆ ਗਈਆਂ, ਹਾਂ ਹਾਂ ਆ ਕੇ ਉਹਨਾਂ ਨੇ ਥਾਂ ਪਰ ਥਾਂ ਧਰਨੇ ਲਾਤੇ, ਨਾਅਰੇਬਾਜ਼ੀ ਸ਼ੁਰੂ ਕੀਤੀ, ਤੇ ਫਿਰ ਨਤੀਜਾ ਇਹ ਹੋਇਆ ਕਿ ਪੁਲਿਸ ਨੂੰ ਦਖਲ ਅੰਦਾਜ਼ੀ ਕਰਨੀ ਪਈ। ਜੀ ਭੰਕਰਪੁਰ ਦੇ ਵਿੱਚ ਤਾਂ ਹਾਲਤ ਇਹ ਬਣ ਗਈ ਸੀ ਕਿ ਪੁਲਿਸ ਨੂੰ ਜਿਹੜਾ ਹੈਗਾ ਕਾਬੂ ਕਰਨਾ ਮੁਸ਼ਕਲ ਹੋ ਗਿਆ ਸੀ ਅੰਦੋਲਨ ਜੀਰਕਪੁਰ ਦੇ ਨਾਲ ਹੈ। ਹਾਂ, ਭੰਕਰਪੁਰ ਜੀਰਕਪੁਰ ਦੇ ਜੀਰਕਪੁਰ ਨਾਲ ਦੇ ਡੇਰਾ ਨਾਲ, ਬੱਸੀ ਜੀ ਆ ਡੇਰਾ ਗਿਆ, ਬੱਸੀ ਚ, ਹਾਂਜੀ। ਡੇਰਾ ਬੱਸੀ ਹਲਕੇ 'ਚ ਹੀ ਆ ਗਿਆ। ਹਾਂ 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 ਅਖੀਰ ਫਿਰ ਉਹਨਾਂ ਨੇ ਕਹਿਤਾ ਵੀ ਭਾਈ ਬੰਦ ਕਰ ਲਓ, ਤੇ ਨਹੀਂ ਤਾਂ ਫਿਰ ਇਹਨਾਂ ਤੋਂ ਸਾਥੋਂ ਬੇਕਾਬੂ ਹੋ ਜਾਣਗੇ, ਸਾਥੋਂ ਕੰਟਰੋਲ ਨਹੀਂ ਹੋਣਾ, ਉਹ ਬੰਦ ਕਰਤੀ। ਇਹੀ ਕੁਛ ਤਰਨਤਾਰਨ ਤੇ ਇਧਰਲੇ ਇਲਾਕਿਆਂ ਦੇ ਵਿੱਚ ਹੋਇਆ। ਜੀ ਚਲੋ ਹੋ ਗਿਆ। ਹੁਣ ਪਹਿਲੀ ਗੱਲ ਤਾਂ ਦਾਨੇਵਾਲੀਆ ਸਾਹਿਬ ਇਹ ਹੁੰਦਾ ਸਵਾਲ ਖੜਾ ਕਿ ਕੀ ਇਸ ਗੱਲ ਦਾ ਇਲਮ ਜੀ ਸਾਡੀਆਂ ਖੁਫੀਆ ਏਜੰਸੀਆਂ ਨੂੰ ਨਹੀਂ ਲੱਗਿਆ? ਹਾਂ ਉਹ ਖੁਫੀਆ ਏਜੰਸੀਆਂ ਭਾਵੇਂ ਪੰਜਾਬ ਦੀਆਂ ਤੇ ਭਾਵੇਂ ਕੇਂਦਰ ਸਰਕਾਰ ਦੀਆਂ, ਜੀ ਕਿ ਇੱਕ ਬੰਦਾ ਅਪਰਾਧੀ ਹੈ, ਹਾਂ ਹਾਂ ਉਹਨੂੰ 2 ਕਤਲਾਂ 'ਚ ਜੀ ਤੇ 2 ਬਲਾਤਕਾਰਾਂ ਦੇ ਕੇਸਾਂ ਦੇ ਵਿੱਚ ਹੋਈਆਂ ਕੈਦਾਂ। ਬਲਾਤਕਾਰ ਦੇ 2 ਕੇਸ ਜਿਹੜੇ ਹੈਗੇ, 2 ਭਾਵੇਂ FIR 1 ਸੀ, ਜੀ ਲੇਕਿਨ ਪੀੜਤਾਂ 2 ਸੀਗੀਆਂ ਬੀਬੀਆਂ। ਹਾਂ ਹਾਂ ਉਹਦੀ ਵਜ੍ਹਾ ਕਾਰਨ ਮਾਣਯੋਗ ਅਦਾਲਤ ਨੇ ਦੋਨਾਂ ਕੇਸਾਂ ਦੇ ਵਿੱਚ 10-10 ਸਾਲ ਕੈਦ ਕੀਤੀ। ਫਿਰ ਰਣਜੀਤ ਸਿੰਘ ਕੋਲੀਆਂ ਜਿਹੜਾ ਡੇਰੇ ਦਾ ਮੈਨੇਜਰ ਸੀ, ਔਰ ਜਿਹਦੀ ਭੈਣ ਡੇਰੇ ਦੇ ਵਿੱਚ ਇੱਕ ਟੀਚਰ ਵਜੋਂ ਸੇਵਾ ਕਰਦੀ ਹੁੰਦੀ ਸੀ ਜਾਂ ਪੜ੍ਹਾਉਂਦੀ ਹੁੰਦੀ ਸੀ, ਜੀ ਜਦੋਂ ਉਸ ਲੜਕੀ ਦੇ ਨਾਲ ਕੁਕਰਮ ਕੀਤਾ, ਉਸ ਲੜਕੀ ਨੇ ਆਪਣੇ ਭਰਾ ਨੂੰ ਦੱਸਿਆ। ਸ਼ਾਇਦ ਭਰਾ ਨੇ ਚਿੱਠੀ ਲਿਖੀ ਜਾਂ ਲਿਖਵਾਈ, ਜੀ ਔਰ ਉਹ ਚਿੱਠੀ ਅਖਬਾਰਾਂ ਤੱਕ ਕਿਵੇਂ ਪਹੁੰਚੀ ਤੇ ਕਿਵੇਂ ਉਹ ਚਿੱਠੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਕੋਲੇ ਪਹੁੰਚੀ, ਕਿਵੇਂ ਉਹ ਚਿੱਠੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਕੋਲੇ ਪਹੁੰਚੀ, ਜੀ ਇਸ ਗੱਲ ਨੂੰ ਆਧਾਰ ਬਣਾ ਕੇ ਫਿਰ ਉਹਦਾ ਕਤਲ ਕੀਤਾ। ਔਰ ਉਹਦੇ ਕਤਲ ਦੀ ਯੋਜਨਾਬੰਦੀ ਕਿੱਥੇ ਹੋਈ ਹੈ? ਹਾਂਜੀ ਅਸੀਂ ਆਪਣੇ ਵੱਲੋਂ ਕੁਝ ਨਹੀਂ ਕਹਿੰਦੇ। ਹਾਂ ਹਾਂ ਇਹ ਜਿਹੜੇ ਹੈਗੇ ਆ ਡੇਰਾ ਪ੍ਰੇਮੀ ਦਾ ਕਿਸੇ ਜ਼ਮਾਨੇ ਦੇ ਵਿੱਚ ਡਰਾਈਵਰ ਹੁੰਦਾ ਸੀ ਖੱਟਾ ਸਿੰਘ। ਹਾਂਜੀ ਖੱਟਾ ਸਿੰਘ ਨੇ ਪਹਿਲਾਂ ਗਵਾਹੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਹਾਂ ਹਾਂ ਲੇਕਿਨ ਬਾਅਦ ਦੇ ਵਿੱਚ ਉਹਨੇ ਇੱਕ ਐਪਲੀਕੇਸ਼ਨ ਦਿੱਤੀ ਕਿ ਮੈਨੂੰ ਦਬਾਅ ਪਾ ਕੇ ਮੈਥੋਂ ਗਵਾਹੀ ਮੁਕਰਾਈ ਗਈ ਹੈ ਤੇ ਮੈਂ ਜੀ। ਸੱਚੀ ਗੱਲ ਕਹਿਣੀ ਚਾਹੁੰਦਾ। ਤੇ ਫਿਰ ਉਹਨੇ ਸੱਚੀ ਗੱਲ ਕਹੀ ਕਿ ਮੇਰੀ ਮੌਜੂਦਗੀ ਦੇ ਵਿੱਚ 2 ਯੋਜਨਾਵਾਂ ਬਣਾਈਆਂ ਗਈਆਂ ਸੀ, 2 ਸਾਜ਼ਿਸ਼ਾਂ ਘੜੀਆਂ ਗਈਆਂ। ਇੱਕ ਰਣਜੀਤ ਸਿੰਘ ਕੋਲੀਆਂ ਨੂੰ ਖਤਮ ਕਰਨ ਦੀ, ਜੀ ਤੇ ਦੂਜੀ ਪੱਤਰਕਾਰ ਰਾਮਚੰਦਰ ਛਤਰਪਤੀ ਨੂੰ ਖਤਮ ਕਰਨ ਦੀ। ਉਸ ਕੇਸ ਦੇ ਵਿੱਚ ਪਹਿਲਾਂ ਰਣਜੀਤ ਸਿੰਘ ਵਾਲੇ ਕੇਸ ਦੇ ਵਿੱਚ ਸਜ਼ਾ ਹੁੰਦੀ ਹੈ, ਫਿਰ ਪੱਤਰਕਾਰ ਛਤਰਪਤੀ ਵਾਲੇ ਕੇਸ ਦੇ ਵਿੱਚ ਸਜ਼ਾ ਹੁੰਦੀ ਹੈ, 2 ਕਤਲਾਂ 'ਚ ਕੈਦ ਹੋ ਗਈ। ਜੀ ਹੁਣ ਉਹ 3 ਕੇਸਾਂ ਦੇ ਵਿੱਚ ਕਨਵਿਕਟਡ ਹੈ, ਨੰਬਰ 1। ਨੰਬਰ 2, ਕਈ ਕੇਸ ਹਾਲੇ ਉਹਦੇ ਖਿਲਾਫ ਪੈਂਡਿੰਗ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜੀ। ਉਸ ਬੰਦੇ ਦਾ ਸਮਾਜਿਕ ਬਾਈਕਾਟ ਕੀਤਾ ਹੋਇਆ ਹੈ ਸਿੱਖ ਪੰਥ ਵੱਲੋਂ। ਜੀ ਸਾਡੇ ਸਿੰਘ ਸਾਹਿਬਾਨ ਨੇ ਬਕਾਇਦਾ ਇੱਕ ਮੀਟਿੰਗ ਕਰਕੇ ਉਹਨੂੰ ਪੰਥ ਚੋਂ ਛੇਕਿਆ ਹੋਇਆ। ਹਾਂ ਹਾਂ ਉਹਦੇ ਕੋਲੇ ਵੋਟ ਬੈਂਕ ਸੀ, ਉਸ ਵੋਟ ਬੈਂਕ ਦੇ ਲਾਲਚ ਦੇ ਵਿੱਚ ਉਹਨੂੰ ਭਾਵੇਂ ਮਾਫ ਕਰਵਾ ਦਿੱਤਾ ਸੀ ਵੇਲੇ ਦੀ ਅਕਾਲੀ ਸਰਕਾਰ ਨੇ। ਇਹ ਅਸੀਂ ਨਹੀਂ ਕਹਿੰਦੇ, ਇਹ ਜਥੇਦਾਰ ਸਾਹਿਬ ਜਿਹੜੇ ਆਪਣੇ ਅਕਾਲ ਤਖਤ ਸਾਹਿਬ ਦੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਐਕਟਿੰਗ ਜਥੇਦਾਰ ਹਰਪ੍ਰੀਤ ਸਿੰਘ, ਗੁਰਮੁਖ ਸਿੰਘ ਇਹ ਗੁਰਮੁਖ ਸਿੰਘ ਹੋਰਾਂ ਨੇ ਕਿਹਾ ਸੀ ਕਿ ਸਾਨੂੰ ਦਿੱਲੀ ਦੇ ਸਾਨੂੰ ਚੰਡੀਗੜ੍ਹ ਵਾਲੇ ਤਖਤ ਤੇ ਬੁਲਾਇਆ ਗਿਆ, ਤਖਤਾਂ ਦੇ ਜਥੇਦਾਰਾਂ ਨੂੰ, ਔਰ ਮੈਂ ਆਪਣਾ ਵਿਰੋਧ ਦਰਜ ਕਰਾਇਆ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲੇ ਕਿ ਇਹ ਗੱਲ ਨਹੀਂ ਹੋਣੀ ਚਾਹੀਦੀ। ਪਹਿਲਾਂ ਮਾਫ ਹੋਇਆ, ਮਾਫੀ ਨੂੰ ਜਦੋਂ ਸੰਗਤ ਨੇ ਪ੍ਰਵਾਨ ਨਾ ਕੀਤਾ ਤਾਂ ਫਿਰ 90 ਲੱਖ ਰੁਪਏ ਤੋਂ ਵੱਧ ਦੇ ਇਸ਼ਤਿਹਾਰ ਦਿੱਤੇ ਗਏ। ਜੀ ਉਹਦਾ ਵੀ ਜਦੋਂ ਕੋਈ ਅਸਰ ਨਾ ਹੋਇਆ ਤੇ ਸਰਬੱਤ ਖਾਲਸੇ ਦੀ ਗੱਲ ਹੋਈ ਤੇ ਫਿਰ ਮਾਫੀਨਾਮਾ ਵਾਪਸ ਵੀ ਲੈ ਲਿਆ। ਮਾਫੀਨਾਮਾ ਭਾਵੇਂ ਵਾਪਸ ਲੈ ਲਿਆ, ਲੇਕਿਨ ਲਿਹਾਜ਼ ਉਵੇਂ ਦੀ ਜਾਰੀ ਰਹੀ। ਤੇ ਨਤੀਜਾ ਇਹ ਹੋਇਆ ਕਿ ਜਿਹੜੀ 2017 ਦੀ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਹੋਈ ਹੈ, ਉਸ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਦੀ ਹਾਲਤ ਬਹੁਤ ਪਤਲੀ ਹੋ ਗਈ ਜੀ ਔਰ ਗੱਲ ਉੱਥੇ ਹੀ ਪਤਲੀ ਨਹੀਂ ਹੋਈ ਜਿਹੜੀ 2022 ਦੇ ਵਿੱਚ ਚੋਣ ਹੋਈ ਹੈ ਵਿਧਾਨ ਸਭਾ ਦੀ। ਉਹਦੇ ਵਿੱਚ ਅਕਾਲੀ ਦਲ 15 ਤੋਂ ਘੱਟ ਕੇ ਸਿਰਫ 3 ਸੀਟਾਂ ਤੇ ਆ ਗਿਆ। ਇਸ ਵੇਲੇ ਅਕਾਲੀ ਦਲ ਇੱਕ ਬਹੁਤ ਵੱਡੇ ਸੰਕਟ ਦੇ ਵਿੱਚ ਹੈ, ਕਿਉਂਕਿ ਕੁਝ ਜਿਹੜੀਆਂ ਬਾਗੀ ਆਵਾਜ਼ਾਂ ਅੰਦਰੋਂ ਉੱਠਣੀਆਂ ਸ਼ੁਰੂ ਹੋ ਗਈਆਂ। ਜੀ ਪਹਿਲਾਂ ਇਕਬਾਲ ਸਿੰਘ ਝੂਦਾ ਦੀ ਅਗਵਾਈ ਦੇ ਹੇਠ ਇੱਕ ਕਮੇਟੀ ਬਣਾਈ ਗਈ ਸੀ, ਜਿਹੜੀ ਕਮੇਟੀ ਦੀ ਡਿਊਟੀ ਇਹ ਲਾਈ ਸੀ ਕਿ ਆਪਾਂ ਹਾਰੇ ਕਿਉਂ ਤੁਸੀਂ ਪਤਾ ਕਰੋ। ਜੀ ਉਸ ਕਮੇਟੀ ਨੇ ਜਦੋਂ ਗ੍ਰਾਸ ਰੂਟ ਲੈਵਲ ਤੇ ਜਾ ਕੇ ਲੋਕਾਂ ਨਾਲ ਗੱਲ ਕੀਤੀ, 117 ਹਲਕਿਆਂ ਦੇ ਵਿੱਚ ਗਏ ਤਾਂ ਅਕਾਲੀ ਵਰਕਰਾਂ ਨੇ ਕਹਿ ਦਿੱਤਾ ਜੀ ਕਿਰਪਾ ਕਰਕੇ ਬਾਦਲ ਪਰਿਵਾਰ ਨੂੰ ਅਕਾਲੀ ਦਲ ਤੋਂ ਲਾਂਭੇ ਕਰੋ ਲੀਡਰਸ਼ਿਪ ਤੋਂ, ਜੇ ਅਕਾਲੀ ਦਲ ਨੂੰ ਸੁਰਜੀਤ ਕਰਨਾ ਤੇ ਨਹੀਂ ਹੋਣਾ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਬੋਲ ਪਿਆ ਫਿਰ ਜਗਮੀਤ ਸਿੰਘ ਬਰਾੜ। ਹਾਂਜੀ, ਉਹ ਕਹਿੰਦਾ ਛੱਡੋ ਬਾਦਲਾਂ ਬੂਦਲਾਂ ਦੇ, ਹੁਣ ਕਸੀਦੇ ਪੜ੍ਹਨੇ ਬੰਦ ਕਰੋ, ਪੰਥ ਨੂੰ ਮੁੜ ਸੁਰਜੀਤ ਕਰੋ, ਅਕਾਲੀ ਦਲ ਨੂੰ ਸੁਰਜੀਤ ਕਰੋ। ਅੱਛਾ, ਬੋਲ ਪਿਆ ਜਗਮੀਤ? ਬੋਲ ਪਿਆ। ਚਲੋ ਸ਼ੁਕਰ ਹੈ, ਵੈਸੇ ਉਮੀਦ ਤਾਂ ਸੀਗੀ ਆਪਾਂ ਨੂੰ ਬੋਲੂਗਾ ਉਹ। ਹਾਂ, ਆਪਾਂ ਨੂੰ ਸੀ ਇਸ ਗੱਲ ਦੀ। ਉਹਨੇ ਕਹਿ ਦਿੱਤਾ, ਉਹ ਕਹਿੰਦਾ ਵੀ ਮਾਝਾ, ਮਾਲਵਾ ਤੇ ਦੁਆਬਾ। ਜੀ, ਮਾਝੇ ਦੇ ਵਿੱਚ ਮਾਲਵੇ ਦੇ ਵਿੱਚ ਮਾਛੀਵਾੜਾ,
ਦੁਆਬੇ ਦੇ ਵਿੱਚ ਤੁਸੀਂ ਕੋਈ ਹੋਰ ਇਲਾਕਾ ਦੇਖ ਲਓ, ਜੀ ਤੇ ਮਾਲਵੇ ਦੇ ਵਿੱਚ ਤਰਨਤਾਰਨ, ਜੀ ਉੱਥੇ ਕਹਿੰਦੇ ਪੰਥਕ ਕਨਵੈਨਸ਼ਨਾਂ ਕਰੋ, ਪੰਥਕ ਇਕੱਠ ਅੱਛਾ, ਕਰੋ। ਵੈਰੀ ਗੁੱਡ। ਉਹਨਾਂ ਪੰਥਕ ਇਕੱਠਾਂ ਦੇ ਵਿੱਚੋਂ ਅਕਾਲੀ ਦਲ ਨੂੰ ਸੁਰਜੀਤ ਕਰਨ ਦੀ ਗੱਲ ਕਰੋ, ਜਿਹੜਾ ਅਕਾਲੀ ਦਲ ਹੁੰਦਾ ਸੀ। ਹਾਲਤ ਇੱਥੇ ਪਹੁੰਚ ਗਈ ਹੈ। ਹੁਣ ਖਬਰਾਂ ਕੱਲ ਪਰਸੋਂ ਦੀਆਂ ਆਈ ਜਾਂਦੀਆਂ ਕਿ ਸੁਖਬੀਰ ਸਿੰਘ ਬਾਦਲ ਹੋਰੀ ਸੋਚਦੇ ਕਿ ਕੁਝ ਐਕਟਿੰਗ ਜਿਹੜੇ ਹੈਗੇ ਆ ਪ੍ਰੈਜ਼ੀਡੈਂਟ ਬਣਾ ਦਿੱਤੇ ਜਾਏਗੀ। ਐਕਟਿੰਗ ਪ੍ਰੈਜ਼ੀਡੈਂਟ ਉਹ ਐਕਟਿੰਗ ਵੀ ਕਰ ਰਹੇ ਆ, ਉਹ ਗਾਣਾ ਆਪ ਹੀ ਸੁਣ ਰਹੇ ਆ, ਬੜੇ ਅਫਸੋਸ 'ਚ ਉਹ ਅਸੀਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ, ਹੋਰ ਕੁਝ ਨਹੀਂ ਮੰਗਦੇ। ਉਹ ਮੁੰਡੇ ਗਰੇਵਾਲ ਦਾ ਉਹਨਾਂ ਕੋ ਕਲਿੱਪ ਜਿਹੜਾ ਕਮਰ ਗਰੇਵਾਲ ਵਾਲਾ ਦਾ ਵਾਇਰਲ ਕੀਤਾ ਜਾ ਰਿਹਾ। ਉਹ ਜਿਹੜੀ ਉਹ ਮੈਂ ਤੁਹਾਨੂੰ ਦੱਸਾਂ ਵੀ ਉਹ ਕਿਉਂ ਕਹਿ ਰਿਹਾ ਬੰਦੀ ਸਿੰਘਾਂ ਦੀ ਰਿਹਾਈ ਵਾਲੀ, ਉਹ ਤਾਂ ਐਕਟਿੰਗ ਵਾਲੀ ਗੱਲ ਆ ਗਈ ਨਾ। ਹਾਂ। ਕਿਉਂਕਿ ਜਗਮੀਤ ਸਿੰਘ ਬਰਾੜ ਨੇ 3 ਨਾਂ ਵੀ ਸੁਝਾਤੇ। ਅੱਛਾ ਜੀ। ਉਹ ਕਹਿੰਦੇ ਮਾਲਵੇ ਦੇ ਇਲਾਕੇ ਦੇ ਵਿੱਚੋਂ ਮਾਛੀਵਾੜਾ ਨਹੀਂ, ਆਲਮਗੀਰ ਸਿੰਘ, ਹਾਂ। ਮਾਲਵੇ ਦੇ ਇਲਾਕੇ ਦੇ ਵਿੱਚੋਂ ਤੁਸੀਂ ਲਓ ਜੀ ਮਨਪ੍ਰੀਤ ਸਿੰਘ ਏਆਲੀ ਨੂੰ ਅੱਛਾ ਜੀ। ਐਕਟਿੰਗ ਪ੍ਰੈਜ਼ੀਡੈਂਟ ਬਣਾਓ। ਹੂੰ। ਮਾਝੇ ਦੇ ਆਪਣਾ ਦੁਆਬੇ ਦੇ ਵਿੱਚੋਂ ਬਣਾਓ ਗੁਰਪ੍ਰਤਾਪ ਸਿੰਘ ਅਜਨਾਲੇ ਨੂੰ, ਨਾ ਆਪਣਾ ਬਡਾਲੇ ਨੂੰ, ਸੌਰੀ, ਹਾਂ, ਉਹਨਾਂ ਨੂੰ ਬਣਾਓ। ਤੇ ਇਧਰਲੇ ਪਾਸੋਂ ਜਿਹੜਾ ਹੈਗਾ ਮਾਝੇ ਚੋਂ ਹਾਂ, ਉਹ ਰਵੀਕਰਨ ਕਾਲੋਂ ਗੁਰਦਾਸਪੁਰ ਤੋਂ, ਕਾਲੋ ਸਾਹਿਬ ਦਾ ਬੇਟਾ, ਉਹ ਕਾਲੂ ਸਾਹਿਬ ਦਾ ਬੇਟਾ ਵੀ ਉਹਨਾਂ ਨੂੰ ਬਣਾ ਦਿਓ, ਇਹਨਾਂ ਨੂੰ ਐਕਟਿੰਗ ਬਣਾ ਦਿਓ ਤੇ ਬਾਕੀਆਂ ਨੂੰ ਵਹਾ ਦਿਓ, ਇਹ ਤਿੰਨੇ ਗੱਲ ਕਰਨ। ਹਾਂ। ਇਹਦਾ ਕਰਕੇ ਹੁਣ ਉਸ ਪਾਸੇ ਨੂੰ ਗੱਲ ਪਈ ਹੈ। ਸੋ ਆਪਾਂ ਗੱਲ ਕਰਦੇ ਸੀ ਕਿ ਅਕਾਲੀ ਦਲ ਦੀ ਹਾਲਤ ਕਿਵੇਂ ਹੋਗੀ ਡੇਰਾ ਮੁਖੀ ਦੇ ਨਾਲ ਲਿਹਾਜ਼ ਪਾਉਣ ਕਰਕੇ। ਜੀ। ਹੁਣ ਉਹ ਤੋਂ ਅੱਗੇ ਦੇਖੀ ਆਪਾਂ ਕਿ ਡੇਰਾ ਮੁਖੀ ਦੇ ਖਿਲਾਫ ਜਿਹੜੇ ਕੇਸ ਰਜਿਸਟਰ ਹੋਏ ਆ ਉਹ ਬੇਅਦਬੀ ਵਾਲੇ ਵੀ ਹੋਏ, ਚਲਾਨ ਪੇਸ਼ ਹੋ ਚੁੱਕਾ ਹੈ। ਹਾਂ। ਹੁਣ ਇੱਕ ਬੰਦੇ ਦੇ ਖਿਲਾਫ ਚਲਾਨ ਪੇਸ਼ ਹੋ ਚੁੱਕਾ ਹੈ, ਪੰਥ ਦੇ ਵਿੱਚ ਉਹਨੂੰ ਛੇਕਿਆ ਹੋਇਆ ਹੈ। ਪਹਿਲਾ ਕੇਸ ਹੈ ਜਿਹੜਾ ਬੇਅਦਬੀ ਦਾ ਮਲਕੇ ਵਾਲਾ, ਉਹ ਸਜ਼ਾ ਹੋ ਚੁੱਕਾ ਹੈ, ਕਨਵਿਕਟ ਹੋ ਚੁੱਕਿਆ, 3 ਸਾਲ ਦੀ 2 ਸਾਲ ਦੀ ਕੈਦ ਵਿੱਚ ਹੋ ਗਈ। ਹੁਣ ਇਸ ਬੰਦੇ ਦੀ ਜਿਹੜੀ ਨਾਮ ਚਰਚਾ ਪੰਜਾਬ ਦੇ ਵਿੱਚ, ਉਹਨੂੰ ਚੱਲਣ ਦੀ ਇਜਾਜ਼ਤ ਕਿਉਂ ਦਿੱਤੀ ਗਈ? ਇਹ ਤਾਂ ਬਹੁਤ ਵੱਡੀ। ਇਹ ਕਿਹਨੇ ਚੱਲਣ ਦੀ ਇਜਾਜ਼ਤ ਦਿੱਤੀ? ਤੇ ਜੇ ਚੱਲਣ ਦੀ ਇਜਾਜ਼ਤ ਦਿੱਤੀ ਹੈ ਤਾਂ ਫਿਰ ਉਹ ਤੋਂ ਪਹਿਲਾਂ ਦੇਖ ਲਈਏ ਆਪਾਂ ਕਿ ਉਸ ਬੰਦੇ ਨੂੰ ਪਹਿਲਾਂ ਫੜ ਲਓ ਤੇ ਫਿਰ ਪੈਰੋਲ ਦਿੱਤੀ ਗਈ। ਇਹ ਕੀ ਕੁਛ ਅਜਿਹੀ ਗੱਲ ਤਾਂ ਨਹੀਂ ਕਿ ਪੰਜਾਬ ਦੇ ਅਮਨ ਨੂੰ ਮੁੜ ਲਾਂਬੂ ਲਾਉਣ ਦੇ ਯਤਨ ਕੀਤੇ ਜਾ ਰਹੇ? ਇਹ ਤਾਂ ਇੱਕ ਗੱਲ। ਸੋਚਣਾ। ਇਹਦੇ ਨਾਲ ਇਹਦੇ ਨਾਲ ਅਗਲੀ ਗੱਲ ਦੇਖੋ, ਰਿਪੁਦਮਨ ਸਿੰਘ ਮਲਕ, ਉਹਨਾਂ ਦਾ ਕਤਲ ਹੁੰਦਾ ਜੀ ਕੱਲ। ਰਿਪੁਦਮਨ ਸਿੰਘ ਮਲਕ ਨੂੰ ਪਹਿਲਾਂ 1985 ਦੇ ਵਿੱਚ ਜਿਹੜਾ ਕਨਿਸ਼ਕ ਹਾਦਸਾ ਹੋਇਆ ਸੀ ਜੀ, ਕਨਿਸ਼ਕ ਕਾਂਡ ਹੋਇਆ ਸੀ, ਜਹਾਜ਼ ਦੇ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਸੀ। ਉਹਦੇ ਵਿੱਚ ਉਹਨੂੰ ਪਹਿਲਾਂ ਅਰੈਸਟ ਕੀਤਾ ਗਿਆ, ਬਾਅਦ ਦੇ ਵਿੱਚ ਉਹਨੂੰ ਬਰੀ ਕੀਤਾ ਗਿਆ। ਉਸ ਵੇਲੇ ਬੜੀਆਂ ਗੱਲਾਂ ਚੱਲਦੀਆਂ ਸੀ। ਉਸ ਵੇਲੇ ਗੱਲਾਂ ਇਹ ਚੱਲਦੀਆਂ ਸੀ ਕਿ ਇਹ ਕੰਮ ਕਿਹਨੇ ਕਰਵਾਇਆ, ਕਿ ਇਹ ਬੱਬਰ ਖਾਲਸਾ ਵਾਲਿਆਂ ਦਾ ਕੰਮ ਹੈ, ਤਲਵਿੰਦਰ ਸਿੰਘ ਦਾ ਨਾਂ ਆ ਰਿਹਾ ਸੀ ਉਸ ਵੇਲੇ। ਫਿਰ ਇਹ ਗੱਲ ਵੀ ਆ ਰਹੀ ਸੀ ਕਿ ਖਾੜਕੂਆਂ ਨੂੰ ਬਦਨਾਮ ਕਰਨ ਵਾਸਤੇ ਕਿ ਇਹ ਭਾਰਤ ਸਰਕਾਰ ਦੀਆਂ ਏਜੰਸੀਆਂ ਦਾ ਕਾਰੋਬਾਰ ਤਾਂ ਨਹੀਂ। ਫਿਰ ਤੁਸੀਂ ਦੇਖੋ ਕਿ ਲੰਬਾ ਸਮਾਂ ਹੋ ਰਿਹਾ। ਹਾਲਾਂਕਿ ਜੇ ਆਪਾਂ ਦੇਖੀਏ ਰਿਪੁਦਮਨ ਸਿੰਘ ਹੋਰਾਂ ਨੇ ਕੰਮ ਉੱਥੇ ਬੜਾ ਜ਼ਬਰਦਸਤ ਕੀਤਾ। ਹਾਂਜੀ। ਉਹਨਾਂ ਨੇ ਇੱਕ ਜਿਹੜੀ ਹੈਗੀ ਹੈ ਬੈਂਕ ਬਣਾਈ, ਉਹਨਾਂ ਨੇ ਬਹੁਤ ਸਾਰੇ ਸਕੂਲ ਖੋਲ੍ਹੇ ਚਲਾਏ, ਹਾਂਜੀ, ਸਤਨਾਮ ਐਜੂਕੇਸ਼ਨਲ ਟਰਸਟ ਬਣਾਇਆ। ਔਰ ਫਿਰ ਹੌਲੀ ਹੌਲੀ ਜਦੋਂ ਉਹਨਾਂ ਦਾ ਨਾਮ ਪਹਿਲਾਂ ਕਾਲੀ ਸੂਚੀ 'ਚ ਪਾਤਾ ਸੀ ਜੀ, ਭਾਰਤ ਸਰਕਾਰ ਨੇ ਫਿਰ ਕਾਲੀ ਸੂਚੀ ਖਤਮ ਕੀਤੀ। ਕਾਲੀ ਸੂਚੀ ਖਤਮ ਕਰਨ ਤੋਂ ਬਾਅਦ 2019 ਦੇ ਵਿੱਚ ਮਿਸਟਰ ਰਿਪੁਦਮਨ ਸਿੰਘ ਮਲਕ ਇੰਡੀਆ ਆਉਂਦਾ ਹੈ ਜੀ। ਉਹਦੇ ਭਰਾ ਦੀ ਇੰਟਰਵਿਊ ਮੈਂ ਇੱਕ ਸੁਣੀ ਸੀ, ਉਹਨੇ ਕਿਹਾ ਸੀਗਾ ਜੀ ਅਸੀਂ ਧੰਨਵਾਦੀ ਹਾਂ ਸੁਮੰਤ ਗੋਇਲ ਜੀ, ਜਿਹੜਾ ਰਾਹ ਦਾ ਚੀਫ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਦਾ ਜੀ, ਜਿਨ੍ਹਾਂ ਨੇ ਕਾਲੀ ਸੂਚੀ ਦੇ ਵਿੱਚੋਂ ਨਾਂ ਕੱਢ ਕੇ ਉਹਨੂੰ ਇੰਡੀਆ ਆਉਣ ਦਾ ਇਜਾਜ਼ਤ ਦਿੱਤੀ। ਫਿਰ ਉਹ ਤੋਂ ਬਾਅਦ ਉਸ ਬੰਦੇ ਨੇ ਜਾ ਕੇ ਸਤਨਾਮ ਐਜੂਕੇਸ਼ਨਲ ਟਰਸਟ ਹੈ ਜਿਹੜਾ ਜੀ, ਉਹਦੇ ਨਾਂ ਦੇ ਉੱਤੇ ਪ੍ਰੈਸ ਨੋਟ ਜਾਰੀ ਕੀਤਾ ਤੇ ਸਿੱਖ ਸੰਗਤ ਨੂੰ ਅਗਾਹ ਕੀਤਾ ਕਿ ਆ ਜਿਹੜੇ ਐਵੇਂ ਖਾਲਿਸਤਾਨ ਦੀ ਗੱਲ ਕਰਦੇ ਫਿਰਦੇ ਇਹਨਾਂ ਨੂੰ ਦੀ ਬਹੁਤੀ ਪਰਵਾਹ ਨਾ ਕਰੋ। ਇਹ ਗੱਲ ਵੀ ਕਹੀ। ਇਹਦੇ ਨਾਲ ਦਾਨੇਵਾਲੀਆ ਸਾਹਿਬ ਤੁਹਾਡੇ ਕੋਲ ਇੱਕ ਹੋਰ ਵੀ ਯਾਦ ਹੋਊ ਕਿ ਉਹਨਾਂ ਨੇ ਇੱਕ ਪ੍ਰਿੰਟਿੰਗ ਪ੍ਰੈਸ ਵੀ ਲਾਈ, ਬੜਾ ਚਰਚਾ ਹੋਈ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨਾ, ਉਹਦੇ ਕਰਕੇ ਆਏ, ਉਹਦਾ ਕਰਕੇ ਆਏ ਸੀ। ਹੁਣ ਉਸ ਬੰਦੇ ਦਾ ਅਚਨਚੇਤ ਕਤਲ ਹੋ ਗਿਆ ਇਸ ਉਮਰ ਦੇ ਵਿੱਚ ਤੇ ਕਤਲ ਕਰਨ ਤੋਂ ਬਾਅਦ ਜਿਹੜੀ ਗੱਡੀ ਦੇ ਉੱਤੇ ਕਤਲ ਕਰਨ ਵਾਲਾ ਕੋਈ 1 ਜਾਂ 2 ਆਏ ਸੀ ਉਹਨੂੰ ਵੀ ਅਗਲਾ ਤੀ। ਵੀ ਸ਼ੰਕਾ ਕੀਤੀ ਜਾ ਰਹੀ ਹੈ ਵੀ ਉਹਨੂੰ ਵੀ ਉਸ ਗੱਡੀ ਸੀਗੇ ਉਹ। ਇਹ ਪਤਾ ਨਹੀਂ ਵੀ ਸਾਰਾ ਕੁਝ ਕੀਤਾ ਕਰਾਇਆ। ਜੇ ਇਹਨੂੰ ਆਪਾਂ ਗੱਲ ਕਰ ਲਈਏ ਤੇ ਇਹ ਕਿਹਦੀ ਕਾਰਵਾਈ ਹੋ ਸਕਦੀ ਜੀ? ਕੀ ਡੇਰਾ ਮੁਖੀ ਵਾਲੀ ਗੱਲ, ਮਲਕ ਸਾਹਿਬ ਦਾ ਕਤਲ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਸਟੇਟ ਤੋਂ ਲੈ ਕੇ ਜਿਹੜਾ ਸਾਰਾ ਕੁਝ ਚੱਲ ਰਿਹਾ ਹੈ, ਇਹ ਕਿਤੇ ਪੰਜਾਬ ਦੀ ਫਿਜ਼ਾ ਨੂੰ ਫਿਰ ਉਸ ਪਾਸੇ ਧੱਕਣ ਦੇ ਯਤਨ ਤਾਂ ਨਹੀਂ ਹੋ ਰਹੇ? ਇੱਕ ਬਹੁਤ ਵੱਡਾ ਕੁਐਸਚਨ ਹੈ। ਤੇ ਜੋ ਕੁਝ ਪੰਜਾਬ ਦੇ ਵਿੱਚ ਇਸ ਵੇਲੇ ਹੋ ਰਿਹਾ ਗੈਂਗਸਟਰਾਂ ਦੇ ਨਾਂ ਤੇ,
ਗੈਂਗਸਟਰਾਂ ਤੇ ਮਿਲੀਟੈਂਟਸ ਦੇ ਆਪਸ ਵਿੱਚ ਜਿਹੜੀ ਹੈਗੀ ਹੈ ਕੋਆਪਰੇਸ਼ਨ ਦੇ ਤੌਰ ਦੇ ਉੱਤੇ ਇਹ ਗੱਲਾਂ ਵੀ ਖਬਰਾਂ ਵੀ ਆ ਰਹੀਆਂ। ਸੋ ਇਹਦੇ ਤੇ ਸਟੇਟ ਨੂੰ, ਭਾਰਤੀ ਸਟੇਟ ਹੈ ਚਾਹੇ ਸਰਕਾਰ ਪੰਜਾਬ ਦੀ ਹੋਵੇ, ਸਰਕਾਰ ਭਾਰਤ ਦੀ ਹੋਵੇ, ਉਹਨਾਂ ਨੂੰ ਦੇਖਣਾ ਚਾਹੀਦਾ ਕਿ ਐਕਸਪੈਰੀਮੈਂਟ ਹੋਰ ਨਾ ਕਰੋ। ਪੰਜਾਬ ਬਹੁਤ ਜਿਹੜਾ ਉਬਲਿਆ ਪਿਆ ਨਾ ਇਹ ਕਿਤੇ ਦੁਬਾਰਾ ਕਿਤੇ ਇਹੋ ਜਿਹੀ ਗਲਤੀ ਨਾ ਹੋ ਜਾਏ। ਭਗਵੰਤ ਸਿੰਘ ਮਾਨ ਹੋਰਾਂ ਨੂੰ ਚਾਹੀਦਾ ਇਸ ਵੇਲੇ ਕਿ ਹੁਣ ਦਿੱਲੀ ਦਰਬਾਰ ਕੰਨੀ ਝਾਕਣਾ ਬੰਦ ਕਰੋ। ਨਿਕਲ ਕੰਜ ਲਾ ਥੋੜੀ, ਹੁਣ ਕੰਜ ਲਾ ਕੇ ਬਾਹਰ ਆਉਣਾ ਪੈਣਾ ਹੈ, ਖੁੱਡ ਚੋਂ ਬਾਹਰ ਨਿਕਲਣਾ ਪੈਣਾ। ਕਮਾਂਡ ਆਪ ਸੰਭਾਲ। ਪੰਜਾਬ ਦੀ ਫਿਜ਼ਾ ਨੂੰ ਜਿਹੜਾ ਗੰਦਲਾ ਕੀਤਾ ਜਾ ਰਿਹਾ ਇਹਨੂੰ ਨੋਟ ਕਰ ਲਓ ਤੁਸੀਂ ਵੀ ਇਹ ਕਿਵੇਂ ਹੈ। ਇੱਥੇ ਮੈਂ ਇੱਕ ਹੋਰ ਗੱਲ ਕਹੂੰਗਾ, ਇਹ ਜਿਹੜੀ ਆਮ ਆਦਮੀ ਪਾਰਟੀ ਨਿਕਲੀ ਕਿੱਥੋਂ ਹੈ? ਕਿਹਾ ਜਾਂਦਾ ਕਿ ਅੰਦੋਲਨ ਚੋਂ ਨਿਕਲੀ। ਨਹੀਂ ਇਹ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਨਹੀਂ, ਇਹ ਜਿਹੜੀ ਉਹ ਵਿਵੇਕਾਨੰਦ ਫਾਊਂਡੇਸ਼ਨ ਹੈ, ਉਹਦੇ ਚੋਂ ਨਿਕਲੀ ਹੋਈ ਹੈ। ਇਹ ਉਹਦੇ ਚੋਂ ਨਿਕਲੀ ਹੋਈ ਹੈ। ਤੇ ਵਿਵੇਕਾਨੰਦ ਫਾਊਂਡੇਸ਼ਨ ਨੂੰ ਚਲਾਉਂਦਾ ਕੌਣ ਸੀ ਉਸ ਵੇਲੇ ਜਦੋਂ ਕੰਪੇਨ ਅਗੇਂਸਟ ਕਰਪਸ਼ਨ ਸ਼ੁਰੂ ਹੋਈ ਸੀ? ਉਹਨੂੰ ਚਲਾਉਂਦਾ ਸੀਗਾ ਅਜੀਤ ਡੋਭਾਲ, ਜਿਹੜਾ ਅੱਜ ਕੱਲ੍ਹ ਸਿਕਿਉਰਿਟੀ ਐਡਵਾਈਜ਼ਰ ਹੈ। ਉੱਥੋਂ ਫਿਰ ਜਿਹੜੀ ਹੈਗੀ ਆ ਅਗਾਂਹ ਨਿਕਲਦੀ ਹੈ। ਤੁਸੀਂ ਦੇਖੋ ਕਿ ਉਸ ਵੇਲੇ ਬੰਦੇ ਕੌਣ ਸੀ ਆਮ ਆਦਮੀ ਪਾਰਟੀ ਬਣਾਉਣ ਵਾਲੇ? ਉਹਨਾਂ ਇਕੱਲੇ ਬੰਦਿਆਂ ਨੂੰ ਦੇਖ ਲਓ, ਉਹਨਾਂ ਇਕੱਲੇ ਬੰਦਿਆਂ ਦੇ ਵਿੱਚੋਂ ਪ੍ਰਸ਼ਾਂਤ ਭੂਸ਼ਣ, ਸ਼ਾਂਤੀ ਭੂਸ਼ਣ, ਜੋਗਿੰਦਰ ਯਾਦਵ, ਇੱਕ ਉਹ ਬਿਹਾਰ ਦੇ ਪ੍ਰੋਫੈਸਰ ਹੁੰਦੇ ਸੀ। ਇਹ ਤਾਂ ਕਿਤੇ ਨਹੀਂ ਸੀ, ਕੇਜਰੀਵਾਲ ਤਾਂ ਕਿਤੇ ਨਹੀਂ ਸੀ, ਕੁਮਾਰ ਵਿਸ਼ਵਾਸ, ਕੇਜਰੀਵਾਲ ਵੀ ਸੀਗਾ। ਇਹ ਸਾਰੇ ਲੋਕ ਸੀ ਪੰਜਾਬ ਦੇ ਵਿੱਚੋਂ। ਡਾਕਟਰ ਧਰਮਵੀਰ ਗਾਂਧੀ ਵਗੈਰਾ ਕਿੱਥੇ ਗਏ ਸਾਰੇ ਲੋਕ? ਇਕੱਲੇ ਕਰਕੇ ਸਭ ਜਿੱਥੋਂ ਚੁਣੌਤੀ ਮਿਲ ਸਕਦੀ ਸੀ ਸਭ ਨੂੰ ਸ਼ਾਂਕਤਾ। ਪੰਜਾਬ ਦੇ ਵਿੱਚ ਦੇਖੋ ਮੰਤਰੀ ਮੰਡਲ ਬਣਾਇਆ, ਕਿਆ ਕਮਾਲ ਹੈ ਕਿ ਥਾਣੇਦਾਰ ਜਿਹੜਾ ਹੈਗਾ ਮਿੱਟੀ ਖਾਣੀ ਹੈ ਸਾਰੇ। ਨਹੀਂ ਥਾਣੇਦਾਰ ਮੰਤਰੀ ਫੌਜਾ ਸਿੰਘ ਥਾਣੇਦਾਰੀ ਸੀ, ਆਰਜੀ ਤੌਰ ਤੇ ਇੰਸਪੈਕਟਰ ਬਣਾਤਾ ਰਿਟਾਇਰਮੈਂਟ। ਉਹ ਬੰਦਾ ਬਠਿੰਡੇ ਰਹਿੰਦਾ, ਜਾ ਕੇ ਇਲੈਕਸ਼ਨ ਲੜਦਾ, ਉਹ ਗੁਰੂ ਹਰਸਹਾਏ ਤੋਂ ਉੱਥੋਂ ਐਮਐਲਏ ਬਣ ਜਾਂਦਾ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਆਈਜੀ, ਜਿਸ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਮਤਲਬ ਜਾਂਚ ਨੂੰ ਐਨ ਕੱਪੜ ਛਾਣ ਕੀਤਾ ਹੋਇਆ, ਤੇ ਜਦੋਂ ਉਹਦੇ ਮੁਤਾਬਕ ਗੱਲ ਨਾ ਚੱਲੀ, ਉਹ ਬੰਦੇ ਨੇ ਰਿਜ਼ਾਈਨ ਕਰਤਾ, ਉਹ ਘਰੇ ਬੈਠਾ। ਤੇ ਵਜ਼ੀਰ ਕੌਣ ਬਣਾਤਾ ਜੀ? ਆਈਜੀ ਦੀ ਥਾਂ ਦੇ ਉੱਤੇ ਥਾਣੇਦਾਰ। ਹੁਣ ਜੇ ਆਪਾਂ ਦੇਖੀਏ ਨਾ ਕਿੰਨੇ ਡਾਕਟਰ ਹੈ, ਕਿੰਨੇ ਇਹਨਾਂ ਦੇ ਵਿੱਚ ਪੜ੍ਹੇ ਲਿਖੇ ਲੋਕ ਹੈ। ਹੁਣ ਜੇ ਪੜ੍ਹੇ ਲਿਖਿਆਂ ਦੇ ਵਿੱਚ ਦੇਖੀਏ ਆਪਾਂ, ਬੋਧਰਾਮ ਐਮਐਲਏ ਬਟਲਾਡਾ 5 ਐਮਏ ਕੀਤੀਆਂ ਹੋਈਆਂ। ਆਪਣੀ ਬੀਬੀ ਸਰਬਜੀਤ ਕੌਰ ਮਾਣੂਕੇ ਟੀਚਰ ਸੀ, ਔਰ ਚੰਗੀ ਟੀਚਰ ਸੀ, ਧੜੱਲੇਦਾਰ ਹੈ, ਜਬੇ ਵਾਲੀ ਬੀਬੀ ਹੈ। ਬਲਜਿੰਦਰ ਕੌਰ ਪ੍ਰੋਫੈਸਰ, ਜਗਰੂਪ ਸਿੰਘ ਗਿੱਲ ਲਾ ਗ੍ਰੈਜੂਏਟ ਐਂਡ ਲੋਕਲ ਬਾਡੀਜ਼ ਦਾ ਮਾਹਰ। ਗੁਰਮੀਤ ਸਿੰਘ ਖੁੱਡੀਆਂ ਜੀ ਨੇ 5 ਵਾਰ ਦੇ ਚੀਫ ਮਿਨਿਸਟਰ ਨੂੰ ਹਰਾਇਆ। ਔਰ ਮੈਂ ਇੱਥੇ ਕੱਲ ਯਾਦ ਕਰਾ ਦੇਵਾਂ ਸਾਡੇ ਸਰੋਤਿਆਂ ਨੂੰ ਕਿ ਇਹ ਠੀਕ ਹੈ, ਪੰਜਾਬ ਦੇ ਵਿੱਚ ਹਨੇਰੀ ਸੀ, ਪਰ ਲੰਬੀ ਦੇ ਵਿੱਚ ਉਹ ਹਨੇਰੀ ਨੇ ਉਹਨਾਂ ਕੰਮ ਨਹੀਂ ਕੀਤਾ ਨਾ। ਉੱਥੇ ਫਰਕ 11,000 ਦਾ ਹੀ ਹੈ ਸਿਰਫ। ਔਰ ਉੱਥੇ ਜਿਹੜੀ ਚੀਜ਼ ਨੇ ਫੈਕਟਰ ਨੇ ਜਿਸ ਨੇ ਕੰਮ ਕੀਤਾ ਹੈ, ਉਹ ਫੈਕਟਰ ਕੀਤਾ ਹੈ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਕੁਰਬਾਨੀ ਨੇ। ਤੇ ਉਹਦੀ ਕੁਰਬਾਨੀ ਦੇ ਉੱਤੇ ਪਹਿਰਾ ਦੇਣਾ ਉਹਦੇ ਪਰਿਵਾਰ ਵੱਲੋਂ, ਔਰ ਉਹਨਾਂ ਨਕਸ਼ੇ ਕਦਮ ਤੇ ਚੱਲਣਾ। ਇਹਨਾਂ ਸਾਰੇ ਬੰਦਿਆਂ ਨੂੰ ਨਜ਼ਰਅੰਦਾਜ਼ ਕਰਕੇ ਜਿਹੜੇ ਵਜ਼ੀਰ ਬਣਾਏ ਹੈ, ਮੇਰਾ ਖਿਆਲ ਹੈ ਪੁਰਾਣੇ ਵਜ਼ੀਰਾਂ 'ਚ ਦੇਖ ਲਈਏ ਆਪਾਂ ਤਾਂ ਇੱਕ ਤਾਂ ਜੀ ਮੀਤ ਹੇਅਰ, ਹਰਪਾਲ ਸਿੰਘ ਚੀਮਾ, ਜਾਂ ਆਪਣੇ ਅਮਨ ਅਰੋੜਾ, ਉਹ ਵੀ ਹੁਣ ਜਾ ਕੇ ਬਣਾਇਆ। ਤੇ 2-4 ਤੁਸੀਂ ਹੋਰ ਦੇਖ ਲਓ। ਮੇਰਾ ਖਿਆਲ ਹੈ ਵੀ ਬਾਕੀਆਂ ਦੀ ਦਾ ਐਜੂਕੇਸ਼ਨਲ ਸਟੈਂਡਰਡ ਕੀ ਹੈ ਜੀ? ਅਨਮੋਲ ਗਗਨ ਮਾਨ, ਦੱਸੋ ਕੀ ਹੈ? ਚਲੋ ਸਾਡੇ ਮਾਨਸਾ ਦੀ ਕੁੜੀ ਹੈ, ਸਾਰਾ ਡਾਕਟਰ ਤਾਂ ਜਿਹੜਾ ਹੈਗਾ ਵਿਜੇ ਸਿੰਗਲਾ ਤਾਂ ਘਰ ਨੂੰ ਆ ਗਿਆ, ਠੀਕ ਹੈ। ਉਹਦੇ ਚੋਂ ਆ ਕੇ ਬਾਕੀ ਜਿਹੜੇ ਹੈਗੇ, ਬਾਕੀਆਂ ਦਾ ਸਟੈਂਡਰਡ ਕੀ ਹੈ? +2। ਅਨਮੋਲ ਵੀ ਕਹਿੰਦੇ ਇੰਨੀ ਕੀ ਪੜ੍ਹੀ ਹੈ ਮਤਲਬ। ਇਹੀ ਹੈ ਨਾ। ਇਹ ਸਾਰਾ ਕੁਝ ਕਿਉਂ ਕੀਤਾ ਗਿਆ? ਇਹ ਸਾਰਾ ਕੁਝ ਤਾਂ ਕੀਤਾ ਗਿਆ ਕਿ ਚੁਣੌਤੀ ਨਾ ਦਿੱਤੀ ਜਾਵੇ ਕੋਈ, ਤੇ ਭਗਵੰਤ ਸਿੰਘ ਮਾਨ ਦੇ ਉੱਤੇ ਬਹਾਤਾ ਥਾਣੇਦਾਰ, ਠੀਕ ਹੈ। ਇਸ ਕਰਕੇ ਗੱਲ ਜਾ ਕੇ ਤੁਹਾਨੂੰ ਜਾਈਏ, ਮੈਂ ਤਾਂ ਕਹਿੰਦਾ ਭਗਵੰਤ ਸਿੰਘ ਮਾਨ ਹੋਰਾਂ ਨੂੰ ਕਿ ਹੁਣ ਉਹਨਾਂ ਨੂੰ ਪਾਨਾਂ ਦਾ ਬੀੜਾ ਚੱਕਣਾ ਪੈਣਾ। ਨਹੀਂ ਪੰਜਾਬ ਨੂੰ ਕਿਤੇ ਇਹ ਨਾ ਹੋ ਜਾਏ ਪੰਜਾਬ ਕਿਸੇ ਹੋਰ ਹੀ ਖੂਹ ਖਾਤੇ ਜਾਵੇ, ਕਿਉਂਕਿ ਜਦੋਂ ਅਨਸਰਟਨਟੀ ਆ ਜੇ, ਅਨਿਸ਼ਚਿਤਤਾ ਆ ਜੇ, ਸਰਕਾਰ ਬਣੀ ਨੂੰ ਹੋ ਗਏ 4 ਮਹੀਨੇ, ਲੇਕਿਨ ਕੋਈ ਸਰਕਾਰ ਵਾਲੀ ਗੱਲ ਲੱਗਦੀ ਨਹੀਂ ਹੈ ਨਾ। ਵਿਦੇਸ਼ਾਂ 'ਚ ਵੀ ਇਹੀ ਚਰਚਾ ਹੋ ਰਹੀ ਹੈ ਜੀ ਵੀ ਭਾਈ ਸਵਾਦ ਨਹੀਂ ਆ ਰਿਹਾ, ਬਹੁਤ ਖਿਜੇ ਬੈਠੇ ਆ ਲੋਕ। ਇਸੇ ਕਰਕੇ ਜਿਹੜੀ ਹੈਗੀ ਹੈ, ਜਿਹੜੀ ਜੇ ਆਪਾਂ ਇਹ ਦੇਖੀਏ ਕਿ ਡੇਰਾ ਸੱਚਾ ਸੌਦਾ ਵਾਲੇ ਦੀ ਸਰਗਰਮੀ ਜੀ, ਅਮਨ ਕਾਨੂੰਨ ਦੀ ਹਾਲਤ ਮਾੜੀ ਹੋਣੀ,
ਰਪਦਮਨ ਸਿੰਘ ਮਲਕ ਹੋਰਾਂ ਦਾ ਕਤਲ, ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਜੇ ਜੋੜ ਕੇ ਦੇਖੀਏ ਤਾਂ ਮੇਰੇ ਖਿਆਲ ਮੁਤਾਬਕ ਸਥਿਤੀ ਪੰਜਾਬ ਦੀ ਜਿਹੜੀ ਹੈ ਬੜੀ ਨਾਜ਼ੁਕ ਹੈ, ਔਰ ਨਾਜ਼ੁਕ ਸਥਿਤੀ ਵਾਲੇ ਪਾਸੇ ਨੂੰ ਪੰਜਾਬ ਵੱਧ ਰਿਹਾ। ਜੀ। ਇਹਨੂੰ ਬਚਾਉਣ ਦੀ ਲੋੜ ਹੈ। ਸੋ ਦੋਸਤੋ, ਪ੍ਰੋਗਰਾਮ ਚੱਲ ਰਿਹਾ ਸ਼ਮੇਦਾਨ ਤੇ ਇੱਕ ਸਮਾਜਿਕ ਸੂਚਨਾ ਵੀ ਤੁਹਾਡੇ ਨਾਲ ਸਾਂਝੀ ਕਰ ਲਈਏ ਜੀ। ਬਾਈ ਜੀ ਸੁਖਵਿੰਦਰ ਸਿੰਘ ਸੰਧੂ ਹੋਰਾਂ ਦੇ ਬੇਟੇ ਦਾ ਕਾਫੀ ਬਿਮਾਰ ਹੋ ਗਏ ਸੀਗੇ, ਪ੍ਰਮਾਤਮਾ ਦੀ ਕਿਰਪਾ ਨਾਲ ਤੰਦਰੁਸਤ ਹੋ ਗਏ ਨੇ ਤੇ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਸੰਧੂ ਪਰਿਵਾਰ ਵੱਲੋਂ ਜਿਹੜਾ ਜੀ ਜੁਲਾਈ 15 ਤੋਂ 222 ਵਾਲੇ ਗੁਰਦੁਆਰੇ ਦੇ ਵਿੱਚ 222 ਸਟਰੀਟ 95 ਐਵੀਨਿਊ ਗੁਰਦੁਆਰਾ ਸਾਹਿਬ ਵਿਖੇ 15 ਜੁਲਾਈ ਨੂੰ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਹੋਏਗਾ ਤੇ 17 ਜੁਲਾਈ ਨੂੰ ਭੋਗ ਹੈ। ਸੋ ਉਹਨਾਂ ਵੱਲੋਂ ਸਾਰੇ ਹੀ ਆਪਣੇ ਸੱਜਣਾ ਮਿੱਤਰਾਂ ਸਨੇਹੀਆਂ ਨੂੰ ਸੱਦਾ ਦਿੱਤਾ ਜਾਂਦਾ ਜੀ, ਇਸ ਕਹਿੰਦੇ ਖੁਸ਼ੀ ਦੇ ਮੌਕੇ ਦੇ ਉੱਤੇ ਉਹਨਾਂ ਨਾਲ ਜ਼ਰੂਰ ਸ਼ਮੂਲੀਅਤ ਕਰੋ। ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਵਿੱਚ ਖੁਸ਼ੀ ਵਾਲਾ ਮਾਹੌਲ ਹੈ ਜਾਂ ਕਿਸੇ ਤਰ੍ਹਾਂ ਦਾ ਵੀ ਤੁਸੀਂ ਕੈਟਰਿੰਗ ਕਰਾਉਣਾ ਚਾਹੁੰਦੇ ਹੋ ਤੇ ਜਾਂ ਤੁਹਾਡੇ ਘਰੇ ਇੱਕਦਮ ਹੀ ਕੋਈ ਸੱਜਣ ਮਿੱਤਰ ਆ ਗਏ ਨੇ ਤਾਂ ਸਪਾਈਸ ਬਲਿਸ ਇੰਡੀਅਨ ਰੈਸਟੋਰੈਂਟ ਬਹੁਤ ਹੀ ਕਾਬਲ ਸ਼ੈਫ ਨੇ ਜੀ, ਮੱਖਣ ਨਾਗਰਾ ਹੋਣਾ ਨੇ ਇਹ ਖੋਲ੍ਹਿਆ। 2 ਇਹਨਾਂ ਦੀਆਂ ਲੋਕੇਸ਼ਨਸ ਨੇ, ਇੱਕ ਕੈਂਟ ਦੇ ਵਿੱਚ ਹੈ, ਇੱਕ ਸੈਟਲ ਦੇ ਵਿੱਚ ਹੈ। ਤੁਸੀਂ ਫੋਨ ਕਰ ਸਕਦੇ ਹੋ, ਹਰ ਤਰ੍ਹਾਂ ਦਾ ਤੁਹਾਨੂੰ ਪੰਜਾਬੀ ਖਾਣਾ ਮਿਲੇਗਾ। 206 353 1699 206 352 1699 ਤੇ ਦੂਜਾ ਜੀ 253 246 7296। ਇਸ ਤੋਂ ਇਲਾਵਾ ਕੈਂਟ ਦੇ ਵਿੱਚ ਨੇ ਜੀ ਸਰਦਾਰ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ, ਇਹ ਟੈਕਸ ਕੰਸਲਟੈਂਟ ਨੇ ਜੀ, ਐਕੂਰੇਟ ਅਕਾਊਂਟਸ ਐਂਡ ਟੈਕਸਿਸ। ਤੁਹਾਡੇ ਲਈ ਬਿਲਕੁਲ ਤੁਸੀਂ ਪਰਿਵਾਰਕ ਮਾਹੌਲ ਦੇ ਵਿੱਚ ਇਹਨਾਂ ਨਾਲ ਗੱਲ ਕਰ ਸਕਦੇ ਹੋ, ਖੁੱਲ੍ਹੇ ਦਿਲ ਨਾਲ, ਫਰਾਖ ਦਿਲੀ ਨਾਲ ਪੰਜਾਬੀ ਦੇ ਵਿੱਚ ਤੁਹਾਡੀ ਗੱਲਬਾਤ ਸੁਣਦੇ ਨੇ। ਇੰਡੀਵਿਜੂਅਲ ਐਂਡ ਬਿਜ਼ਨਸ ਟੈਕਸ ਰਿਟਰਨਸ, ਸੇਲਸ, ਸਟੇਟ ਤੇ ਲੋਕਲ ਟੈਕਸ ਫਾਈਲਿੰਗ ਕਰਨੀ ਹੈ, ਪੇਰੋਲ ਸਰਵਿਸਿਜ਼ ਲੈਣੀਆਂ ਨੇ, ਬੁੱਕ ਕੀਪਿੰਗ ਹੈ, ਬਿਜ਼ਨਸ ਕੰਸਲਟੈਂਸੀ ਹੈ, ਬਿਜ਼ਨਸ ਐਂਟਾਈਟੀ ਸਿਲੈਕਸ਼ਨ ਹੈ ਜੀ, ਕੋਈ ਨਵਾਂ ਬਿਜ਼ਨਸ ਸ਼ੁਰੂ ਕਰਨਾ ਤੇ ਉਹਦੀ ਐਂਟਾਈਟੀ ਬਣਾਉਣੀ ਹੈ, ਫਾਈਨੈਂਸ਼ੀਅਲ ਸਟੇਟਮੈਂਟਸ, ਨੋਟਰੀ ਪਬਲਿਕ ਤੇ ਟੈਕਸ ਪਲੈਨਿੰਗ ਕਰਦੇ ਨੇ। 253 520 8886 253 520 8886 ਦੇ ਉੱਤੇ ਤੁਸੀਂ ਗੱਲ ਕਰ ਸਕਦੇ ਹੋ। ਇਹਨਾਂ ਦਾ ਜਿਹੜਾ ਆਫਿਸ ਹੈ 24915 104th ਐਵੀਨਿਊ ਸਾਊਥ ਈਸਟ ਕੈਂਟ ਦੇ ਵਿੱਚ ਹੈ ਜੀ। ਸੋ ਇਸ ਤੋਂ ਇਲਾਵਾ ਮੈਂ ਧੰਨਵਾਦੀ ਹਾਂ ਜੀ ਸਾਰੇ ਵੀਰਾਂ ਦਾ। ਤੇ ਜੇਕਰ ਤੁਸੀਂ ਗੱਡੀ ਖਰੀਦਣੀ ਹੈ ਤਾਂ ਇੱਕੋ ਇੱਕ ਨਾਂ ਸਟਾਰ ਆਟੋਮਾਲ ਬੈਥਲਮ ਦੇ ਵਿੱਚ ਹੈ ਜੀ। ਤੁਸੀਂ ਹਰ ਤਰ੍ਹਾਂ ਦੀ ਗੱਡੀ ਜੇਕਰ ਖਰੀਦਣਾ ਚਾਹੁੰਦੇ ਹੋ ਤਾਂ ਜਿਹਦੇ ਵਿੱਚ ਤੁਹਾਨੂੰ ਕਨਵਰਟੀਬਲ, ਹੈਚਬੈਕ, ਟਰੱਕ, ਸੈਡਨ, ਕੋਪ ਲੈਣੀ ਹੈ ਤਾਂ 5000 ਤੋਂ ਲੈ ਕੇ ਤੁਹਾਨੂੰ 25000 ਤੋਂ ਉੱਤੇ ਤੱਕ ਦੀਆਂ ਜਿਹੜੀਆਂ ਗੱਡੀਆਂ ਤੁਹਾਨੂੰ ਇੱਥੇ ਖੜੀਆਂ ਮਿਲਣਗੀਆਂ। 1500 ਦੇ ਕਰੀਬ ਇਹਨਾਂ ਦਾ ਕੋਲੇ ਹਰ ਵਕਤ ਸਟਾਕ ਰਹਿੰਦਾ। ਬਾਈ ਜੀ ਜਿੰਮੀ ਹੋਰਾਂ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। 484 898 8100 484 898 8100 ਜਾਂ ਫਿਰ 610 570 4200 610 570 4200 ਜ਼ਿੰਮੀ ਹੋਰਾਂ ਦੇ ਨਾਲ ਤੁਸੀਂ ਬੈਥਲਮ ਦੇ ਵਿੱਚ ਸਟਾਰ ਆਟੋਮਾਲ ਕਾਲ ਕਰ ਸਕਦੇ ਹੋ। ਤੇ ਢਿੱਲੋਂ ਸਾਹਿਬ ਅਗਲੀ ਖਬਰ ਵੱਲ ਗੱਲ ਕਰੀਏ। ਮੂਸੇ ਵਾਲਾ ਵੀ ਲਗਭਗ ਗਏ ਨੂੰ ਵਿਚਾਰੇ ਨੂੰ ਬਹੁਤ ਸਮਾਂ ਜੀ। ਲੋਕ ਕਹਿੰਦੇ ਕਿ ਪਹਿਲਾਂ ਅਸੀਂ ਨਹੀਂ ਸੀ ਸੁਣਿਆ ਕਿਤੇ, ਜਦੋਂ ਦਾ ਚਲਾ ਗਿਆ ਕਹਿੰਦੇ ਇਹਦੇ ਗੀਤ ਜਦੋਂ ਹੁਣ ਧਿਆਨ ਨਾਲ ਸੁਣੇ ਤਾਂ ਇਹਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਹੈ ਇਹਦਾ ਨਜ਼ਰੀਆ ਜਿਹੜਾ ਅਲੱਗ ਦੇਖਣ ਨੂੰ ਮਿਲਿਆ। ਲਗਾਤਾਰ ਚਰਚਾ 'ਚ ਹੈ। ਆਖਰ ਡੀਜੀਪੀ ਸਾਹਿਬ ਵੀ ਕਹਿੰਦੇ ਗਏ ਨੇ ਇਹਨਾਂ ਦੇ ਘਰ। ਉਹ ਅਹਿਮ ਇੱਕ ਮੈਨੂੰ ਐਕਟੀਵਿਟੀ ਲੱਗੀ ਸਰਕਾਰ ਨਹੀਂ, ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਸ਼ੁਭਦੀਪ ਸਿੱਧੂ ਜਾਂ ਸਿੱਧੂ ਮੂਸੇਵਾਲਾ ਜੀ, ਉਹਦੇ ਕਤਲ ਦਾ ਜਿੰਨਾ ਰਿਐਕਸ਼ਨ ਹੋਇਆ ਹੈ ਥਰੂ ਆਊਟ ਦਾ ਵਰਲਡ, ਜੀ, ਮੇਰਾ ਖਿਆਲ ਹੈ ਵੀ ਇਹ ਤੋਂ ਪਹਿਲਾਂ ਕਦੇ ਵੀ ਨਹੀਂ ਨਾ ਹੋਇਆ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਬੜੇ ਪਾਪੂਲਰ ਹੁੰਦੇ ਸੀ। ਉਹਨਾਂ ਦੀ ਮੌਤ ਹੋਈ ਸੀ। ਭਾਰਤ ਦੇ ਵਿੱਚ ਜਾਂ ਭਾਰਤ ਦੇ ਮਿੱਤਰ ਦੇਸ਼ਾਂ ਦੇ ਵਿੱਚ ਅਫਸੋਸ ਮਨਾਇਆ ਗਿਆ ਸੀ ਜੀ। ਲੇਕਿਨ 7 ਸਮੁੰਦਰੋਂ ਪਾਰ ਤੁਸੀਂ ਦੇਖ ਲਓ, ਚਾਹੇ ਕਾਲੇ ਹੈ, ਚਾਹੇ ਗੋਰੇ ਹੈ, ਚਾਹੇ ਭੂਰੇ ਹੈ, ਜਿਸ ਵੀ ਬੰਦੇ ਨੇ ਸਿੱਧੂ ਮੂਸੇਵਾਲੇ ਦਾ ਗੀਤ ਸੁਣਿਆ ਸੀ ਉਹਦੇ ਧਿਆਨ ਦੇ ਵਿੱਚ ਆਇਆ ਸੀ, ਉੱਥੇ ਉਹਨੇ ਅਫਸੋਸ ਮਨਾਇਆ ਜੀ। ਅਗਲੇ ਪਾਸੇ ਦੇਖੀਏ ਸਾਡਾ ਲਹਿੰਦਾ ਪੰਜਾਬ ਹੈ। ਤੁਸੀਂ ਹੈਰਾਨ ਹੋਵੋਗੇ ਕਿ ਲਹਿੰਦੇ ਪੰਜਾਬ ਦੇ ਵਿੱਚ ਕੋਈ ਜਿਮਨੀ ਚੋਣਾਂ ਹੋ ਰਹੀਆਂ ਸੀ।
ਔਰ ਉਹਨਾਂ ਜਿਮਨੀ ਚੋਣਾਂ ਦੇ ਵਿੱਚ ਵੀ ਸਿੱਧੂ ਮੂਸੇਵਾਲੇ ਦੇ ਪੋਸਟਰ ਆਪ ਦੀ ਹਮਾਇਤ ਦੇ ਵਿੱਚ ਜਿਹੜੇ ਆ ਉਹ ਲਹਿਰਾਏ ਗਏ। ਉਹਦੀ ਪਾਪੂਲੈਰਿਟੀ ਇਸ ਗੱਲ ਤੋਂ ਆ ਜਿਹੜੀ ਉਹਦੇ ਵਿੱਚ ਇੱਕ ਵਿਲੱਖਣਤਾ, ਇੱਕ ਨਿਵੇਕਲੀ ਗੱਲ ਸੀ ਕਿ ਉਹਦਾ ਜਿਹੜਾ ਦ੍ਰਿਸ਼ਟੀਕੋਣ ਸੀ ਪੰਜਾਬ ਦੀ ਪ੍ਰੋਬਲਮ ਨੂੰ ਲੈ ਕੇ, ਪੰਜਾਬ ਦੀਆਂ ਸਮੱਸਿਆਵਾਂ ਨੂੰ ਲੈ ਕੇ, ਪੰਜਾਬ ਦੇ ਅਤੀਤ ਨੂੰ ਲੈ ਕੇ, ਪੰਜਾਬ ਦੇ ਭਵਿੱਖ ਨੂੰ ਲੈ ਕੇ ਜੀ ਜਿਹੜਾ ਉਹਦਾ ਇੱਕ ਐਟੀਟਿਊਡ ਸੀ, ਉਹਦਾ ਇੱਕ ਨਜ਼ਰੀਆ ਸੀ, ਉਹ ਇੱਕ ਵੱਖਰਾ ਸੀ। ਔਰ ਇਹੀ ਗੱਲ ਹੈ ਕਿ 40-45 ਦਿਨ ਹੋ ਗਏ ਜੀ, ਭਾਵੇਂ ਮੁੱਖ ਮੁਲਜ਼ਮ ਹਾਲੇ ਤੱਕ ਪੰਜਾਬ ਦੀ ਪੁਲਿਸ ਨੇ ਇੱਕ ਵੀ ਨਹੀਂ ਫੜਿਆ। ਇੱਕ ਵੀ ਨਹੀਂ ਫੜਿਆ ਹਜੇ ਤੱਕ ਨਾ। ਸਿਰਫ ਤੇ ਸਿਰਫ ਇੱਕ ਕੇਕੜਾ ਨਾਂ ਦਾ ਬੰਦਾ ਫੜਿਆ ਜਿਹਨੇ ਰੇਕੀ ਕੀਤੀ ਸੀ। ਬਾਕੀ ਜਿਹੜੇ ਮੁਲਜ਼ਮ ਫੜੇ ਆ ਉਹ ਦਿੱਲੀ ਪੁਲਿਸ ਨੇ ਫੜੇ। ਔਰ ਦਿੱਲੀ ਪੁਲਿਸ ਤੋਂ ਅਸੀਂ ਟ੍ਰਾਂਜ਼ਿਟ ਰਿਮਾਂਡ ਤੇ ਲਿਆਉਣੇ ਤੇ ਫਿਰ ਪੁੱਛਗਿੱਛ ਕਰ ਲੈਣੀ। ਇਹਦਾ ਵੀ ਕਾਫੀ ਨੋਟਿਸ ਲਿਆ ਜੀ। ਦੂਜੀ ਗੱਲ ਇਹ ਕਿ ਕੋਈ ਵੀ ਜਿਹੜੇ ਹਥਿਆਰ, ਜਿਨ੍ਹਾਂ ਹਥਿਆਰਾਂ ਦੇ ਨਾਲ ਸਿੱਧੂ ਮੂਸੇਵਾਲੇ ਨੂੰ ਕਤਲ ਕੀਤਾ ਸੀ, ਇੱਕ ਵੀ ਹਥਿਆਰ ਹਾਲੇ ਤੱਕ ਬਰਾਮਦ ਨਹੀਂ ਹੋਇਆ। ਉਹਦੇ ਉੱਤੇ ਵੀ ਡਿਵੈਲਪਮੈਂਟ ਆ ਰਹੀਆਂ ਵੀ AK-47 ਤੇ ਸਾਰਾ ਕੁਝ ਯੂਜ਼ ਹੋਇਆ, ਨਹੀਂ ਯੂਜ਼ ਹੋਇਆ ਪਰ ਬਰਾਮਦ ਨਹੀਂ ਹੋਇਆ। ਬਰਾਮਦ ਨਹੀਂ ਹੋਇਆ ਜਿਹੜੇ ਉਹ ਬਰਾਮਦ ਨਹੀਂ ਹੋਏ, ਕਿਉਂਕਿ ਬਰਾਮਦ ਜੇ ਹੋਣਗੇ ਫੇਰ ਹੀ ਮਲਾਨ ਹੋਊਗਾ ਨਾ ਕਿ ਜਿਹੜੀਆਂ ਗੋਲੀਆਂ ਉਹਦੇ ਜਿਸਮ ਦੇ ਵਿੱਚੋਂ ਨਿਕਲੀਆਂ ਜਾਂ ਜਿਹੜੇ ਖੋਲ ਉੱਥੋਂ ਲੱਭੇ ਹੈ, ਕੀ ਉਹ ਖੋਲ ਉਸ ਵੈਪਨ ਦੇ ਵਿੱਚੋਂ ਚੱਲੇ ਜਾਂ ਜਿਹੜੇ ਵੱਖ-ਵੱਖ ਵੈਪਨ ਉਹਨਾਂ ਚੋਂ ਚੱਲੇ, ਉਹਦੇ ਤੋਂ ਪਤਾ ਲੱਗਣਾ ਸੀ। ਇਹਦਾ ਕਰਕੇ ਕਾਫੀ ਜਿਹੜਾ ਹੈਗਾ ਲੋਕਾਂ ਦੇ ਵਿੱਚ ਕਿੰਤੂ ਪ੍ਰੰਤੂ ਹੋ ਰਿਹਾ ਸੀ ਪੰਜਾਬ ਦੀ ਪੁਲਿਸ ਨੂੰ ਲੈ ਕੇ। ਜੀ ਪਹਿਲੇ DGP ਸਾਹਿਬ ਜਿਹੜੇ ਹੈਗੇ ਆ ਉਹ ਰੁਖਸਤ ਹੋ ਗਏ। ਔਰ ਮੈਂ ਸਮਝਦਾ ਕਿ ਪੋਲੀਟੀਕਲ ਲੀਡਰਸ਼ਿਪ ਨੇ ਇੱਕ ਬੜੀ ਗਲਤੀ ਕੀਤੀ ਕਿ ਜਿੱਦਣ ਸ਼ਾਮ ਨੂੰ 5:30 ਵਜੇ ਉਹਨਾਂ ਦਾ ਕਤਲ ਹੁੰਦਾ ਹੈ ਜੀ, ਤੇ ਦੇਰ ਸ਼ਾਮ ਨੂੰ ਉਹਨਾਂ ਤੋਂ ਪ੍ਰੈਸ ਕਾਨਫਰੰਸ ਵੀ ਕਰਵਾਤੀ। ਔਰ ਬੜੇ ਬੇਮੌਕੇ ਦੇ ਉੱਤੇ ਗੱਲ ਕਹੀ ਕਿ ਇਹ ਗੈਂਗਸਟਰਾਂ ਦੀ ਆਪਸੀ ਲੜਾਈ ਦਾ ਨਤੀਜਾ, ਭਾਵੇਂ ਬਾਅਦ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਹੋ ਰਹੀ ਹੈ ਕਿ ਗੈਂਗਸਟਰ ਜਿਹੜੇ ਆਪਸ ਵਿੱਚ ਲੜਦੇ ਸੀ ਉਹਦੇ ਵਿੱਚ ਉਹ ਤਾਂ ਵਿਚਾਰਾ ਐਵੇਂ ਵਿਚਕਾਰ ਵਿਚਕਾਰ ਹੀ ਸਾਨਾਂ ਦੇ ਭੇਟ 'ਚ ਹੀ ਰਗੜਿਆ, ਜਾ ਕੇ ਰਗੜਨ ਵਾਲੀ ਗੱਲ ਹੋਈ ਹੈ, ਉਹ ਗੱਲ ਹੋਈ ਹੈ। ਪਰ ਇਹ ਗੱਲ ਉਸ ਵੇਲੇ ਵੀ ਇਹ ਤਾਂ ਜੀ ਉਹਨਾਂ ਦੀ ਕਾਰਵਾਈ ਇਹ ਨਹੀਂ ਕਹਿਣੀ ਚਾਹੀਦੀ ਸੀ। ਨਵੇਂ DGP ਲੱਗੇ ਆ ਮਿਸਟਰ ਗੌਰਵ ਯਾਦਵ ਜੀ। ਗੌਰਵ ਯਾਦਵ ਹੋਰਾਂ ਨੇ ਕੱਲ 21 ਦਿਨ ਦੇ ਵਿੱਚ 2-3 ਗੱਲਾਂ ਕੀਤੀਆਂ। ਪਹਿਲੀ ਗੱਲ, ਉਹ ਕੱਲ ਦਰਬਾਰ ਸਾਹਿਬ ਗਏ ਜੀ, ਨਤਮਸਤਕ ਹੋਏ। ਉਹ ਕਹਿੰਦੇ ਜੀ ਮੈਂ ਇੱਥੇ ਅਰਦਾਸ ਕਰਨ ਵਾਸਤੇ ਆਇਆ ਸੀ, ਬੇਨਤੀ ਕਰਨ ਵਾਸਤੇ ਆਇਆ ਸੀ ਕਿ ਪੰਜਾਬ ਨੂੰ ਸੁੱਖ ਸ਼ਾਂਤੀ ਬਖਸ਼ੋ। ਚੰਗੀ ਗੱਲ। ਦੂਜੀ ਗੱਲ ਉਹਨਾਂ ਨੇ ਕਹੀ ਹੈ ਕਿ ਜੀ ਅਸੀਂ ਇੱਕ ਤਹਈਆ ਕੀਤਾ ਹੈ, ਸਰਕਾਰ ਨੇ ਤਹਈਆ ਕੀਤਾ ਤੇ ਸਰਕਾਰ ਦੇ ਮੁਤਾਬਕ ਅਸੀਂ ਵੀ ਤਹਈਆ ਕੀਤਾ ਹੈ ਕਿ ਪੰਜਾਬ ਦੇ ਵਿੱਚੋਂ ਗੈਂਗਸਟਰ ਕਲਚਰ ਜਿਹੜਾ ਇਹ ਵੀ ਖਤਮ ਕਰਦੇ ਨੇ ਜੀ, ਔਰ ਨਾਲ ਦੀ ਨਾਲ ਨਸ਼ੀਲੇ ਪਦਾਰਥਾਂ ਦਾ ਵੀ ਖਾਤਮਾ ਕਰਦੇ ਨੇ। ਗੱਲ ਬਹੁਤ ਵੱਡੀ ਕਹਿਤੀ ਉਹਨਾਂ ਦੀ, ਇਹ ਬਹੁਤ ਵੱਡੀ ਗੱਲ ਕਹਿਤੀ। ਪਰ ਗੱਲ ਇਹ ਹੈ ਕਿ ਇਹ ਗੱਲ ਸਿਰੇ ਚੜਨੀ ਸੌਖੀ ਨਹੀਂ, ਤਾਂ ਬਹੁਤ ਵੱਡਾ ਕੁਝ ਚਾਹੀਦਾ। ਪਹਿਲੀ ਗੱਲ ਤਾਂ ਇਹ ਕਿ ਗੈਂਗਸਟਰ ਪੈਦਾ ਕਿਉਂ ਹੁੰਦੇ ਹੋ, ਜਿੰਨੀ ਦੇਰ ਤੱਕ ਤੁਸੀਂ ਇਸ ਚੀਜ਼ ਦਾ ਐਨਾਲਿਸਿਸ ਨਹੀਂ ਕਰਦੇ। ਜਿੱਥੋਂ ਜਿਹੜੀ ਬਿਮਾਰੀ ਦੇ ਲੱਛਣ ਜਿੰਨੀ ਦੇਰ ਤੱਕ ਤੁਸੀਂ ਨਹੀਂ ਫੜੋਗੇ, ਉਨੀ ਦੇਰ ਤੱਕ ਦਵਾਈ ਜਿਹੜੀ ਹੈਗੀ ਹੈ, ਜੇ ਸੁੱਤੇ ਸਿੱਧੇ ਦਵਾਈਆਂ ਦੇਈ ਜਾਓਗੇ ਉਹਨਾਂ ਨੇ ਕੰਮ ਨਹੀਂ ਕਰਨਾ ਜੀ। ਬਿਲਕੁਲ। ਜੇ ਲੱਛਣ ਫੜ ਲਏ, ਡਾਇਗਨੋਜ਼ ਕਰ ਲਏ ਤੇ ਫਿਰ ਉਹਦੇ ਤੇ ਦਵਾਈ ਕਿਹੜੀ ਕੰਮ ਕਰੂਗੀ, ਦਵਾਈ ਦੇਵੋਗੇ ਤਾਂ ਉਹਦਾ ਇਲਾਜ ਹੋ ਜਾਊਗਾ। ਇੱਕ ਤਾਂ ਗੱਲ ਇਹ ਗੱਲ ਸਮਝਣ ਦੀ ਲੋੜ ਹੈ DGP ਸਾਹਿਬ ਨੂੰ ਜੀ, ਔਰ ਉਹਨਾਂ ਨੂੰ ਫਿਰ ਸਰਕਾਰ ਨੂੰ ਵੀ ਇਹਦੇ ਨਾਲ ਗੱਲ ਕਰਨੀ ਚਾਹੀਦੀ ਹੈ। ਦੂਜੀ ਗੱਲ, ਆਪਾਂ ਨਸ਼ਿਆਂ ਬਾਰੇ ਕਹਿੰਦੇ ਹਾਂ, ਨਸ਼ਿਆਂ ਨੂੰ ਖਤਮ ਕਰਨ ਵਾਸਤੇ ਬੜੇ ਵੱਡੇ ਆਪਾਂ ਦੇਖਿਆ ਜਿਹੜੇ ਖੱਬੀ ਖਾਨ ਦੇਸ਼ ਹੈ, ਜਿੱਥੇ ਸੂਈ ਵੀ ਦਿਖਦੀ ਹੈ ਉੱਥੇ ਵੀ ਨਸ਼ੇ ਚੱਲ ਰਹੇ ਹੈ ਨਾ ਜੀ। ਉੱਥੇ ਹੀ ਗੈਂਗਵਾਰ ਆ, ਉੱਥੇ ਵੀ ਚੋਰੀਆਂ ਨੇ, ਉੱਥੇ ਹੀ ਇਹ ਸਾਰਾ ਕੁਛ। ਇਹ ਇਸ ਚੀਜ਼ ਨੂੰ ਦੇਖਣ ਵਾਸਤੇ ਗੱਲ ਹੈ ਕਿ ਜਿੰਨੀ ਦੇਰ ਤੱਕ ਡਿਮਾਂਡ ਬੰਦ ਨਹੀਂ ਹੁੰਦੀ, ਉਨੀ ਦੇਰ ਤੱਕ ਸਪਲਾਈ ਖਤਮ ਨਹੀਂ ਹੋ ਸਕਦੀ ਜੀ। ਔਰ ਡਿਮਾਂਡ ਨੂੰ ਬੰਦ ਕਰਵਾਉਣ ਵਾਸਤੇ ਜਿਹੜਾ ਸਹੀ ਤਰੀਕਾ ਇਹ ਹੈ ਚਾਈਨਾ ਵਾਲਾ। ਜਿਵੇਂ ਚਾਈਨਾ ਦੇ ਵਿੱਚ ਜਦੋਂ ਰੈਵੋਲੂਸ਼ਨ ਆਇਆ, ਉਹਨਾਂ ਨੇ ਜਿਹੜੇ ਅਫੀਮ 'ਚ ਸੀ ਉਹਨਾਂ ਨੂੰ ਹਸਪਤਾਲਾਂ 'ਚ ਦਾਖਲ ਕਰਾਇਆ, ਮਰੀਜ਼ ਸਮਝ ਕੇ ਉਹਨਾਂ ਦਾ ਟ੍ਰੀਟਮੈਂਟ ਕੀਤਾ, ਉਹਨਾਂ ਦੀ ਕਾਉਂਸਲਿੰਗ ਕੀਤੀ, ਲੰਬਾ ਸਮਾਂ ਉਹਨਾਂ ਦੇ ਨੇੜੇ ਨਸ਼ਾ ਆਉਣ ਨਹੀਂ ਦਿੱਤਾ ਔਰ ਫਿਰ ਉਹਨਾਂ ਨੇ ਨਸ਼ੇ ਦਾ ਖਾਤਮਾ ਕੀਤਾ। ਤੇ ਅੱਜ ਉਹ ਦੇਸ਼ ਅਮਰੀਕਾ ਨੂੰ ਵੀ ਚੁਣੌਤੀ ਦੇ ਰਿਹਾ ਆਰਥਿਕ ਖੇਤਰ ਦੇ ਵਿੱਚ। ਇਹ ਗੱਲ ਠੀਕ ਹੈ, ਉਹਨਾਂ ਨੇ ਕਹੀ। ਖੈਰ ਫਿਰ ਵੀ ਅਸੀਂ ਕਦਰ ਕਰਦੇ ਹਾਂ, ਸਤਿਕਾਰ ਕਰਦੇ ਹਾਂ ਉਹਨਾਂ ਦੀਆਂ ਭਾਵਨਾਵਾਂ ਦਾ, ਘੱਟੋ ਘੱਟ ਉਹਨਾਂ ਦੀ ਕਮਿਟਮੈਂਟ ਦਾ। DGP ਸਾਹਿਬ ਇਹ ਗੱਲ ਕਹਿੰਦੀ, ਮੀਡੀਆ ਨਾਲ ਬੈਠ ਕੇ ਉਹਨਾਂ ਨੇ ਗੱਲ ਕੀਤੀ। ਅਗਲੀ ਗੱਲ ਉਹਨਾਂ ਨੇ ਫਿਰ ਕਿਹਾ, ਉੱਥੇ ਉਹਨਾਂ ਨੇ ਕਹਿ ਦਿੱਤਾ ਸੀ ਕਿ ਮੈਂ ਹੁਣ ਜਾ ਰਿਹਾ ਕਿਤੇ ਜੀ। ਅੰਮ੍ਰਿਤਸਰ ਸਾਹਿਬ ਤੋਂ ਸਿੱਧੇ ਫਿਰ ਉਹ ਪਹੁੰਚੇ ਪਿੰਡ ਮੂਸੇਵਾਲਾ। ਅੱਛਾ ਜੀ, ਸਿੱਧੇ ਹੀ ਗਏ। ਹਾਂ, SIT ਦੇ ਚੀਫ ਹੈ IG ਜਸਕਰਨ ਸਿੰਘ, ਉਹ ਵੀ ਉਹਨਾਂ ਦੇ ਨਾਲ ਹੈ। ਮਿਸਟਰ ਤੁਰਾ ਜਿਹੜੇ ਉੱਥੋਂ ਦੇ SSP ਮਾਨਸਾ ਦੇ, ਉਹ ਵੀ ਉਹਨਾਂ ਦੇ ਨਾਲ ਹੈ। ਉਹ ਗਏ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ, ਮਾਤਾ ਚਰਨ ਕੌਰ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਜੀ। ਹੁਣ ਤੱਕ ਕੇਸ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ ਹੈ ਤੇ ਨਾਲ ਵਾਅਦਾ ਕੀਤਾ ਹੈ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਵਾਸਤੇ ਅਸੀਂ ਪੂਰਾ ਢਿੱਲ ਲਾਵਾਂਗੇ ਜੀ, ਔਰ ਪਰਿਵਾਰ ਦੀ ਅਸੀਂ ਹਰ ਪੱਖ ਤੋਂ ਮਦਦ ਕਰਾਂਗੇ। ਇਹ ਗੱਲ ਕੀਤੀ ਤੇ ਨਾਲ ਉਹਨਾਂ ਨੇ ਇਸ ਗੱਲ ਦੀ ਥੋੜੀ ਜਿਹੀ ਸੰਤੁਸ਼ਟੀ ਵੀ ਜ਼ਾਹਰ ਕੀਤੀ ਕਿ ਜਿਵੇਂ ਜੀ ਸਿੱਧੂ ਮੂਸੇਵਾਲਾ ਆਪਦੇ ਪਿੰਡ ਦਾ, ਆਪਦੇ ਇਲਾਕੇ ਦਾ ਵਿਕਾਸ ਕਰਨਾ ਚਾਹੁੰਦਾ ਸੀ, ਠੀਕ ਉਸੇ ਤਰ੍ਹਾਂ ਤੇ ਉਹਦੇ ਮਾਪੇ ਵੀ ਲੱਗੇ ਹੋਏ ਜੀ। ਇਹ ਦਾਨੇੜੀਆ ਸਾਹਿਬ ਤੁਸੀਂ ਸੋਚੋ, ਜਵਾਨ ਪੁੱਤ ਤੇ ਇੱਕੋ ਹੀ ਪੁੱਤ, ਉਹ ਹੋ ਜੇ ਕਤਲ ਤੇ ਪਰਿਵਾਰ ਝੰਬਿਆ ਉੱਠ ਨਹੀਂ ਸਕਦਾ, ਸਾਲਾਂ ਬੱਧੀ
ਨਾ ਜੀ ਨਾ ਮੰਜੇ ਨਾਲ ਮੰਜੇ ਨਾਲ ਪੀੜ ਨਹੀਂ ਨਿਕਲਦੀ। ਹਾਂ, ਇਹਦੇ ਬਾਵਜੂਦ ਜੇ ਦੇਖੀਏ ਆਪਾਂ ਤਾਂ ਪਿਛਲੇ ਸਮਿਆਂ ਦੇ ਵਿੱਚ ਜਿਹੜੀ ਉਹਨੇ ਸੜਕ ਮਨਜ਼ੂਰ ਕਰਵਾਈ ਸੀ, ਉਹ ਸੜਕ ਦਾ ਉਦਘਾਟਨ ਪਿੰਡ ਦੇ ਲੋਕਾਂ ਨੇ ਲਿਜਾ ਕੇ ਉਹਦੇ ਬਾਪ ਤੋਂ ਕਰਵਾਇਆ, ਬਲਕੌਰ ਸਿੰਘ। ਅੱਛਾ ਜੀ। ਔਰ ਹੁਣ ਸਿੱਧੂ ਮੂਸੇਵਾਲੇ ਦੀ ਮਾਤਾ ਜਿਹੜੀ ਪਿੰਡ ਦੀ ਸਰਪੰਚ ਹੈ, ਉਹਨੇ ਪਿੰਡ ਦੇ ਵਿੱਚ ਜਾ ਕੇ ਜਿਹੜੇ ਹੈਗੇ ਪੌਦੇ ਲਵਾਉਣ ਦਾ ਕੰਮ ਸ਼ੁਰੂ ਕੀਤਾ ਤੇ ਸਫਾਈ ਦਾ ਕੰਮ। ਉਹਨੇ ਕਿਹਾ ਕਿ ਅਸੀਂ ਇਸ ਪਿੰਡ ਨੂੰ ਇੱਕ ਖੂਬਸੂਰਤ ਪਿੰਡ ਬਣਾਉਣ ਵਾਲੇ ਪਾਸੇ ਗੱਲ ਕਰਨੀ ਹੈ। ਔਰ ਜਿਵੇਂ ਤੁਸੀਂ ਗੱਲ ਕੀਤੀ ਹੈ 63,000 ਵੋਟਾਂ ਨਾਲ ਅੱਛਾ ਜੀ। ਜਿਹੜੇ ਵਿਜੇ ਸਿੰਗਲਾ ਨੇ ਸਿੱਧੂ ਮੂਸੇਵਾਲੇ ਨੂੰ ਹਰਾਇਆ ਸੀ, ਉਹ ਵੀ ਜੇਲੋਂ ਆ ਕੇ ਉਹਦੇ ਘਰੇ ਉਹਦੇ ਘਰੇ ਜਾ ਕੇ ਆਇਆ ਤੇ ਉਹਨੇ ਵੀ ਕਿਹਾ ਵੀ ਮੁੰਡਾ ਹੋਣਹਾਰ ਸੀ। ਸਿਆਸੀ ਇੱਕ ਵੱਖਰੀ ਗੱਲ ਹੈ। ਸਿਆਸੀ ਗੱਲ ਉਹਦੀ ਕਹਿੰਦਾ ਸੋਚ ਬੜੀ ਤਕੜੀ ਸੀ। ਔਰ ਉਹਨੇ ਜਿਹੜੀ ਕਹਿੰਦਾ ਆਪਦੇ ਪਿੰਡ ਨੂੰ ਤੇ ਆਪਦੇ ਇਲਾਕੇ ਨੂੰ ਦੁਨੀਆ ਦੀ ਪ੍ਰਸਿੱਧੀ ਦਵਾਈ ਹੈ, ਬਹੁਤ ਵੱਡੀ ਗੱਲ ਹੈ। ਅਸੀਂ ਭਾਵਨਾਵਾਂ ਦੀ ਕਦਰ ਕਰਦੇ ਹਾਂ ਡੀਜੀਪੀ ਸਾਹਿਬ ਦੀ, ਔਰ ਅਸੀਂ ਧੰਨਵਾਦ ਵੀ ਕਰਦੇ ਹਾਂ ਕਿ ਠੀਕ ਆ ਹੁਣੇ ਆਏ, ਉਹਨਾਂ ਨੇ ਪਹਿਲਾਂ ਸਮਝਿਆ ਸਾਰੇ ਸਿਸਟਮ। ਘੱਟੋ ਘੱਟ ਇਹਦੇ ਤੋਂ ਇਹ ਵੀ ਪਤਾ ਲੱਗਦਾ ਨਾ ਕਿ ਜਿਹੜਾ ਸੰਸਾਰ ਵਿਆਪੀ ਰੋਹ ਪੈਦਾ ਹੋਇਆ, ਉਸ ਰੋਹ ਨੂੰ ਸ਼ਾਂਤ ਕਰਨ ਵਾਸਤੇ ਡੀਜੀਪੀ ਦਾ ਜਾਣਾ ਜ਼ਰੂਰੀ ਸੀ। ਗਏ ਤਾਂ ਮੁੱਖ ਮੰਤਰੀ ਵੀ ਹੈ ਭਾਵੇਂ, ਪਰ ਡੀਜੀਪੀ ਕੱਲ ਇੱਕ ਜਿਵੇਂ ਆਮ ਸਧਾਰਨ ਬੰਦੇ ਦੀ ਤਰ੍ਹਾਂ ਜਾ ਕੇ ਉਹਨਾਂ ਨੇ ਗੱਲ ਕੀਤੀ ਹੈ, ਗੱਲ ਚੰਗੀ ਹੈ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਮੈਂ ਧੰਨਵਾਦੀ ਹਾਂ ਜੀ ਦਿਓਲ ਬ੍ਰਦਰਸ, ਰਣਜੀਤ ਸਿੰਘ ਗਿੱਲ ਹੋਰਾਂ ਦਾ ਤੇ ਬਾਈ ਭਰਪੂਰ ਸਿੰਘ ਮੱਲਾ ਹੋਰਾਂ ਦਾ, ਜਸਪ੍ਰੀਤ ਸਿੰਘ ਮਾਨ, ਚਮਕੌਰ ਸਿੰਘ ਗਿੱਲ ਹੋਰੀ, ਮਨਪ੍ਰੀਤ ਸਿੰਘ ਫਰੀਦਕੋਟ ਟਰਾਂਸਪੋਰਟ ਵਾਲੇ, ਤੇ ਬੇਕਰਸਫੀਲਡ ਤੋਂ ਬਾਈ ਬਲਜੀਤ ਸਿੰਘ ਇੰਡੀਆਨਾ ਤੋਂ, ਤੇ ਮਾਲਵਾ ਬ੍ਰਦਰਸ ਨਿਊਯਾਰਕ ਤੋਂ ਲਖਵਿੰਦਰ ਸਿੰਘ ਚੀਮਾ ਹੋਣੀ, ਚਰਨਜੀਤ ਸਮਰਾ, ਤੇ ਬਾਈ ਬਲਕਾਰ ਪੱਡਾ ਵਰਜੀਨੀਆ ਤੋਂ ਜੀ, ਅਮਰਜੀਤ ਸਿੰਘ ਗਰੇਵਾਲ ਤੇ ਲਾਲੀ ਬਾਈ ਜੀ ਤੇ ਕਾਕਾ ਬਾਈ ਜੀ ਕਲਮਾਜ਼ੂ ਤੋਂ। ਸੋ ਇਹਨਾਂ ਦੇ ਸਾਰੇ ਵੀਰਾਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਇਸ ਦੇ ਨਾਲ ਹੀ ਬਾਈ ਗੁਰਿੰਦਰ ਗਰੇਵਾਲ ਹੋਰੀ ਤੇ ਬਲਬੀਰ ਸਿੰਘ ਉਸਮਾਨਪੁਰ ਹੋਰੀ, ਹਰਦੀਪ ਗਿੱਲ ਹੋਰੀ, ਜਗਰੂਪ ਸਿੰਘ ਬਾਠ ਹੋਰੀ ਤੇ ਹਰਜਾਪ ਸਿੰਘ ਹੋਰਾਂ ਦਾ ਵਾਸ਼ਿੰਗਟਨ ਤੋਂ। ਤੇ ਢਿੱਲੋਂ ਸਾਹਿਬ ਜੀ, ਤੁਸੀਂ ਧੰਨਵਾਦ ਕਰੀ ਜਾਂਦੇ ਹੋ ਜਿਹਨਾਂ ਸੱਜਣਾ ਨੇ ਕੋਈ ਮਦਦ ਭੇਜੀ ਹੈ ਜੀ। ਕਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਜਦੋਂ ਗੱਲਾਂ ਕਰਦੇ ਕੱਲ ਮੈਨੂੰ ਆਪਣੇ ਦੌਲੇ ਤੋਂ ਹੈ ਸਰਦਾਰ ਜਸਵੰਤ ਸਿੰਘ ਮਾਨ ਜੀ, ਸਾਡੇ ਲਿਸਨਰ ਹੈ, ਕਿਸਾਨ ਅੰਦੋਲਨ ਦੇ ਵਿੱਚ ਵੀ ਪੂਰਾ ਭਾਗ ਲਿਆ ਸੀ ਉਹਨਾਂ ਨੇ ਜੀ ਜੀ। ਕੱਲ ਉਹ ਮੈਨੂੰ ਕੱਲ ਉਹਨਾਂ ਦਾ ਕੁਦਰਤੀ ਫੋਨ ਆ ਗਿਆ, ਗੱਲਾਂ ਗੁੱਲਾਂ ਕਰਨ ਲਾ ਕੇ, ਤੁਸੀਂ ਹੈ ਨਹੀਂ ਸੀ, ਢਿੱਲੇ ਹੋਣ ਕਰਕੇ ਜਸਪ੍ਰੀਤ ਨੇ ਪ੍ਰੋਗਰਾਮ ਕੀਤਾ ਸੀ ਜੀ। ਮੈਨੂੰ ਕਹਿੰਦੇ ਆ ਮਨਪ੍ਰੀਤ ਦਾ ਇੱਕ ਨਾਮ ਬੋਲਦੇ ਹੁੰਦੇ ਹੋ ਤੁਸੀਂ। ਮਨਪ੍ਰੀਤ ਹੋਰਾਂ ਦਾ ਟਰਾਂਸਪੋਰਟਰ ਹੈ, ਉਹਨਾਂ ਨੇ ਜਵਾਈ ਨਾ ਹੋਵੇ ਉਹਨਾਂ ਨੇ ਮੇਰੇ ਸਨ ਇਨ ਲਾ ਹੈ। ਓਕੇ, ਮੈਨੂੰ ਉਹਨਾਂ ਨੇ ਕੱਲ ਦੌਲੇ ਮੈਰਿਡ ਹੈ ਜੀ, ਕਹਿੰਦੇ ਮੇਰੇ ਸਨ ਇਨ ਲਾ ਹੈ। ਜੀ। ਮੈਂ ਕਿਹਾ ਜੀ ਬੜੀ ਖੁਸ਼ੀ ਹੋਈ। ਹੁਣ ਕਈ ਚੀਜ਼ਾਂ ਦਾ ਪਤਾ ਨਹੀਂ ਲੱਗਦਾ। ਹਾਂ। ਉਹ ਫਿਰ ਕਿਉਂਕਿ ਜਸਪ੍ਰੀਤ ਨੇ ਕੱਲ ਨਾਮ ਬੋਲਿਆ ਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਤੇ ਕਹਿੰਦੇ ਸੀ ਸ਼ਾਇਦ ਅਸੀਂ ਵੀ ਥੋੜੇ ਸਮੇਂ ਦੇ ਵਿੱਚ ਜਾ ਕੇ ਆਉਣੇ, ਮਾਰ ਕੇ ਆਉਣੇ ਗੇੜਾ। ਠੀਕ ਹੈ, ਤੇ ਬਹੁਤ ਵਧੀਆ ਗੱਲ ਹੈ। ਇੱਕ ਇਹ ਵੀ ਇਤਫਾਕ ਹੈ ਹਾਂਜੀ ਕਿ ਸਨ ਇਨ ਲਾ ਵੀ ਸਾਡਾ ਲਿਸਨਰ ਹੈ ਤੇ ਫਾਦਰ ਇਨ ਲਾ ਵੀ ਲਿਸਨਰ ਹੈ। ਢਿੱਲੋਂ ਸਾਹਿਬ ਬੜੀ ਇੰਟਰਸਟਿੰਗ ਚੀਜ਼ਾਂ ਆਪਾਂ ਆਉਂਦੇ ਸਮੇਂ ਦੇ ਵਿੱਚ ਹੌਲੀ ਹੌਲੀ ਸਾਂਝੀਆਂ ਕਰਾਂਗੇ। ਮੈਂ ਇੱਕ ਚੀਜ਼ ਬੜਾ ਨੇੜਿਓਂ ਦੇਖਿਆ ਅਮਰੀਕਾ ਨੂੰ, ਜਿਨ੍ਹਾਂ ਭਰਾਵਾਂ ਨੇ ਉੱਥੇ ਤਰੱਕੀਆਂ ਕੀਤੀਆਂ ਨਾ, ਖੜਿਆਂ ਦੇ ਲਹੂ ਪੈਰਾਂ 'ਚ ਉਤਰ ਆਏ ਸੀਗੇ ਜੀ। ਕਿਵੇਂ ਉਹ ਫਿਰ ਤਰੱਕੀਆਂ ਦਾ ਅਗਲਾ ਵੇਖ ਲੈਂਦਾ, ਪਰ ਉਹ ਮਿਹਨਤ ਨਹੀਂ ਵੇਖਦਾ। ਜਿਹੜੀ ਕੀਤੀ ਹੁੰਦੀ ਹੈ, ਕਸ਼ਟ ਚੱਲੇ ਆ ਨਾ, ਉਹ ਨਹੀਂ ਵੇਖੇ। ਤੇ ਹੁਣ ਆਪਾਂ ਦਲੇਰ ਮਹਿੰਦੀ ਵਾਲੇ ਪਾਸੇ ਵੀ ਆ ਜਾਈਏ ਢਿੱਲੋਂ ਸਾਹਿਬ, ਇਹਦੇ ਵੀ ਇੱਕ ਬਹੁਤ ਵੱਡੀ ਚਰਚਾ ਕਰਨ ਲਈ ਦੋ ਚੀਜ਼ਾਂ ਮੈਂ ਪਹਿਲੂ ਇਹਦੇ ਉੱਤੇ ਗੱਲ ਕਰਾਂਗਾ। ਮੈਂ ਜਦੋਂ ਦਲੇਰ ਮਹਿੰਦੀ ਨੂੰ ਫੜਿਆ ਸੀ, ਉਦੋਂ ਮੈਂ ਗੱਲ ਉੱਥੇ ਕੀਤੀ ਸੀ ਪਟਿਆਲੇ। ਮੈਂ ਕਿਹਾ ਤੁਸੀਂ ਇੱਕ ਚੀਜ਼ ਤਾਂ ਕਬੂਤਰਬਾਜੀ ਨੂੰ ਤਾਂ ਕਹਿ ਦਿੰਦੇ ਹੋ, ਜੇਕਰ ਕੋਈ 2 ਕਿੱਲੇ ਵੇਚ ਕੇ ਬਾਹਰ ਚਲਾ ਜਾਂਦਾ, 2 ਕਿੱਲਿਆਂ 'ਚ ਪਰਿਵਾਰ ਨਹੀਂ ਪਲਦਾ, ਤੇ ਬੰਦੇ ਨੂੰ ਸਿੱਧਾ ਹੀ ਉੱਥੇ ਲਾ ਦਿੰਦੇ ਆ। ਘੱਟੋ ਘੱਟ ਡੌਂਕੀ ਤਾਂ ਨਹੀਂ ਲਾਉਂਦਾ ਕੋਈ, ਰਾਜ ਤਾਂ ਨਹੀਂ ਮਰਦਾ ਕੋਈ, ਤੇ ਉਹਨੂੰ ਵੀ ਇਹ ਉਮੀਦ ਹੁੰਦੀ ਆ ਵੀ ਮੈਂ ਅੱਜ ਨਹੀਂ ਕੱਲ੍ਹ ਨਹੀਂ ਪੱਕਾ ਹੋਊਗਾ। ਤੇ ਦੂਜੇ ਪਾਸੇ ਉਹ ਪੱਕੇ ਵੀ ਹੋਏ। ਲੱਖਾਂ ਸਾਡੇ ਪਰਿਵਾਰ ਜਿਹੜੇ ਨੇ ਉਹਨਾਂ ਉਮੀਦਾਂ ਦੇ ਉੱਤੇ ਪਲ ਰਹੇ ਨੇ ਢਿੱਲੋਂ ਸਾਹਿਬ। ਤੇ ਇੱਕ ਤਾਂ ਸਾਡੀ ਬੀਬੀ ਲਿਸਨਰ ਹੈ, ਉਹਦੇ ਹਸਬੈਂਡ ਗਏ ਸੀ ਅਮਰੀਕਾ, ਤੇ ਤੁਸੀਂ ਦੇਖੋ ਢਿੱਲੋਂ ਸਾਹਿਬ ਕਿਵੇਂ ਮੁਲਾਕਾਤ ਹੋਈ ਹਸਬੈਂਡ ਵਾਈਫ ਦੀ। ਉਹ ਬੱਚੇ ਜਵਾਨ ਹੋਏ, ਬੇਟੀ ਕੈਨੇਡਾ ਪੜ੍ਹਨ ਗਈ, ਫਿਰ ਉਹ ਵੀਜ਼ਾ ਤੇ ਕੈਨੇਡਾ ਗਈ, ਫਿਰ ਗਾਂ ਜਾ ਕੇ ਅਮਰੀਕਾ ਦਾ ਵੀਜ਼ਾ ਲਿਆ, ਤੇ ਉੱਥੇ ਜਾ ਕੇ ਇਕੱਠੇ ਹੋਏ। ਉਹ ਵਾਪਸ ਨਹੀਂ ਆ ਸਕੇ, ਹਜੇ ਤੱਕ ਪੱਕੇ ਨਹੀਂ ਹੋਏ। ਬਿਲਕੁਲ। ਐਂਡ ਉਸ ਤੋਂ ਇੱਕ ਹੋਰ ਵੱਡਾ ਦਿਖਾਂਤ ਆ ਢਿੱਲੋਂ ਸਾਹਿਬ, ਚਲੇ ਤਾਂ ਗਏ ਅਸੀਂ ਕੱਚੇ ਪੱਕੇ ਉੱਥੇ, ਆ ਜਿਹੜੀਆਂ ਹੁਣ ਸੜਕਾਂ ਨਿਕਲ ਰਹੀਆਂ, ਇਹਨਾਂ ਦੀ ਜਾਇਦਾਦ ਮੈਨੂੰ ਆਪਣੇ ਅੱਜ ਬੈਣੀਪਾਲ ਸਾਹਿਬ ਦਾ ਹੀ ਫੋਨ ਆਇਆ, ਅੱਜ ਕੱਲ੍ਹ ਕਪੂਰਥਲੇ ਨੇ ਡਿਸਟ੍ਰਿਕਟ ਰੈਵਨਿਊ ਅਫਸਰ, ਕਹਿੰਦੇ ਸਵਰਨ ਮੈਂ ਕਰਾਂ ਕੀ, ਮੈਂ ਪੈਸੇ ਕਿਵੇਂ ਦੇਵਾਂ, ਲੈਣ ਵਾਲੇ ਨਹੀਂ ਹੈਗੇ। ਲੈਣ ਵਾਲਿਆਂ ਦੇ ਕਹਿੰਦਾ ਨਾ ਤਾਂ ਉਹ ਉੱਥੋਂ ਕੋਈ ਆਪਦੀ ਅਥਾਰਟੀ ਭੇਜ ਸਕਦੇ, ਪਾਵਰ ਆਫ ਟਾਰਨੀ ਭੇਜ ਸਕਦੇ, ਕਿਉਂਕਿ ਇਲੀਗਲ ਨੇ ਉੱਥੇ। ਉਹ ਕਹਿੰਦੇ ਵੀ ਉਹ ਭਾਲਦੇ ਨੇ
ਆਈਡੀ ਭਾਲਦੇ ਆ, ਸੋਸ਼ਲ ਸਿਕਿਉਰਿਟੀ ਭਾਲਦੇ ਆ। ਜੇ ਐਮਬੈਸੀ ਚਾਹੁੰਦੇ ਆ ਕਹਿੰਦੇ ਪਾਸਪੋਰਟ ਦਿਖਾ, ਇੱਧਰੋਂ ਆ ਨਹੀਂ ਸਕਦੇ, ਕਹਿੰਦੇ ਕਰੋੜਾਂ ਰੁਪਈਆ ਅੜਿਆ ਪਿਆ ਉਹਨਾਂ ਦਾ, ਕਹਿੰਦੇ ਇਹ ਵੀ ਇੱਕ ਬਹੁਤ ਵੱਡਾ ਦਿਖਾਂਤ ਹੈ। ਤੇ ਕਬੂਤਰਬਾਜੀ ਇੱਕ ਵੱਖਰੀ ਚੀਜ਼ ਹੈ, ਡੌਂਕੀਆਂ ਏਜੰਟਾਂ ਦੇ ਨਾਲ ਜਾਣਾ ਇੱਕ ਵੱਖਰੀ ਗੱਲ ਹੈ। ਸੋ ਦਲੇਰ ਮਹਿੰਦੀ ਵੀ, ਇਹ ਵੀ ਇੱਕ ਕਿਤੇ ਖੁੱਲ੍ਹੇ ਰੂਪ 'ਚ ਗੱਲ ਕਰਾਂਗੇ ਵੀ ਇਹ ਵੀ ਡਿੱਕੇ ਕਿਵੇਂ ਚੜ੍ਹਿਆ ਸੀ, ਪਰ ਇਹਦੀ ਸਜ਼ਾ ਜਿਹੜੀ ਬਰਕਰਾਰ ਹੋਈ ਹੈ ਉਹਨੂੰ ਤੁਸੀਂ ਕਿਵੇਂ ਲੈ ਕੇ ਜਾਂਦੇ? ਦੇਖੋ, ਸਜ਼ਾ ਹੈ ਜਿਹੜੀ ਇਹਦੇ ਖਿਲਾਫ ਕੰਪਲੇਂਟ ਹੋਈ ਸੀ, ਉਹ ਕੰਪਲੇਂਟ ਕੀਤੀ ਸੀ ਸਰਦਾਰ ਬਖਸ਼ੀਸ਼ ਸਿੰਘ ਬਲਵੇੜਾ ਨੇ ਜੀ। ਉਹਨੇ ਕਿਹਾ ਸੀ ਜੀ ਮੈਥੋਂ ਪੈਸੇ ਲੈ ਲਏ, ਹਾਂ, ਮੈਨੂੰ ਇਹਨਾਂ ਨੇ ਲੈ ਕੇ ਜਾਣਾ ਸੀ ਵਿਦੇਸ਼ ਦੇ ਵਿੱਚ ਤੇ ਮੈਨੂੰ ਲੈ ਕੇ ਨਹੀਂ ਗਏ। ਤੇ ਇਹਨਾਂ ਦਾ ਇਹ ਮੰਨਣਾ ਕਿ ਸਾਥੋਂ 13 ਲੱਖ ਰੁਪਏ ਲਏ ਸੀ ਜੀ। ਇਹਦੀ ਗ੍ਰਿਫਤਾਰੀ ਹੋ ਗਈ ਸੀ, ਕੇਸ ਰਜਿਸਟਰ ਹੋ ਗਿਆ ਸੀ, ਇਹਦੇ ਭਰਾ ਦੇ ਖਿਲਾਫ ਵੀ ਕੇਸ ਰਜਿਸਟਰ ਹੋ ਗਿਆ ਸੀ, ਇੱਕ ਦੋ ਬੰਦੇ ਦੇ ਖਿਲਾਫ ਹੋਰ ਹੋ ਗਿਆ ਸੀ। ਲੇਕਿਨ ਬਾਅਦ ਦੇ ਵਿੱਚ ਇਸ ਬੰਦੇ ਨੂੰ ਪੁਲਿਸ ਨੇ ਬੇਗੁਨਾਹ ਕਰਾਰ ਦਿੱਤਾ, ਕਰਾਰ ਵੀ ਦਿੱਤਾ ਸੀ, ਬੇਗੁਨਾਹ ਕਰਾਰ ਦਿੱਤਾ। ਇਹਦੇ ਬਾਵਜੂਦ ਵੀ ਫਿਰ ਇਹਦੇ ਖਿਲਾਫ, ਕਿਉਂਕਿ FIR ਦੇ ਵਿੱਚ ਨਾ ਸੀ, ਵਕੀਲ ਨੇ ਪਾਤੀ ਇੱਕ ਐਪਲੀਕੇਸ਼ਨ। ਜੀ। ਉਸ ਐਪਲੀਕੇਸ਼ਨ ਦੇ ਆਧਾਰ ਦੇ ਉੱਤੇ ਲੋਅਰ ਕੋਰਟ ਨੇ ਇਹਨੂੰ ਸਮਨ ਕਰ ਲਿਆ, ਫਿਰ ਬੁਲਾ ਲਿਆ ਵੀ ਆ ਭਾਈ। ਜੀ। ਹੁਣ ਕੁੱਲ ਮਿਲਾ ਕੇ ਜਿਹੜੀਆਂ ਸ਼ਿਕਾਇਤਾਂ ਇਹਨਾਂ ਦੇ ਖਿਲਾਫ ਹੋਈਆਂ ਹੈ, ਬਾਅਦ ਦੇ ਵਿੱਚ ਜਦੋਂ ਬੜੀ ਕੇਸ ਰਜਿਸਟਰ ਹੋ ਜਿਵੇਂ ਚਿੱਟ ਫੰਡ ਕੰਪਨੀ ਵਾਲੇ ਕਰਦੇ, ਹਾਂ, ਫਿਰ ਹੋਰ ਵੀ ਲੋਕ ਜਾਗ ਪੈਂਦੇ ਜੀ ਮੇਰੇ ਨਾਲ ਵੀ ਕੀਤੀ, ਮੇਰੇ ਨਾਲ ਵੀ ਕੀਤੀ। ਹੁਣ ਜਿਹੜੀ ਇਸ ਵੇਲੇ ਆਪਣੇ ਕੋਲ ਇਨਫੋਰਮੇਸ਼ਨ ਆਇਆ ਕਿ ਟੋਟਲ 31 ਸ਼ਿਕਾਇਤਾਂ ਇਹਨਾਂ ਦੇ ਖਿਲਾਫ ਆਈਆਂ, ਔਰ 1 ਕਰੋੜ ਤੇ 94 ਲੱਖ ਰੁਪਏ ਦੀ ਗੱਲ ਕੀਤੀ ਹੈ 85 ਚ। 1 ਕਰੋੜ 95 ਲੱਖ, ਉਹਦੇ ਅੱਜ ਦਾ ਲਾ ਲਓ ਸਾਹਿਬ ਦਾ ਕਿੰਨਾ ਬਣਦਾ। ਲਓ ਜੀ, ਉਹ ਕੇਸ ਚੱਲਿਆ, ਚਾਰਜ ਸ਼ੀਟ ਦਾਇਰ ਕੀਤੀ 2003 ਦੇ ਵਿੱਚ, FIR ਹੁੰਦੀ ਹੈ, ਫਿਰਦੀ ਰਹੀ ਤੇ 2018 ਦੇ ਵਿੱਚ ਹੇਠਲੀ ਕੋਰਟ ਨੇ 2 ਸਾਲ ਦੀ ਕੈਦ ਕਰਤੀ, ਕਿਉਂਕਿ ਜੇ 3 ਸਾਲ ਤੋਂ ਉੱਪਰ ਕੈਦ ਹੋਵੇ ਤਾਂ ਬੰਦੇ ਦੀ ਜ਼ਮਾਨਤ ਮੌਕੇ ਤੇ ਨਹੀਂ ਹੁੰਦੀ। ਜੇ 3 ਸਾਲ ਜਾਂ 3 ਸਾਲ ਤੋਂ ਘੱਟ ਹੋਵੇ ਤਾਂ ਜਿਹੜੀ ਕੋਰਟ ਨੇ ਸਜ਼ਾ ਦਿੱਤੀ ਹੁੰਦੀ ਹੈ ਉਹੀ ਜ਼ਮਾਨਤ ਲੈ ਲੈਂਦੀ ਹੈ। ਜ਼ਮਾਨਤ ਲੈ ਲਈ ਤੇ ਇਹਨੇ ਅਪੀਲ ਕਰਤੀ, ਉਹ ਅਪੀਲ ਉਦੋਂ ਤੋਂ ਲੈ ਕੇ ਹੁਣ ਤੱਕ ਪੈਂਡਿੰਗ ਪਈ ਸੀ। ਹੁਣ HS ਗਰੇਵਾਲ ਜੀ, ਜਿਹੜੇ ਐਡੀਸ਼ਨਲ ਸੈਸ਼ਨ ਜੱਜ ਹੈ, ਉਹਨਾਂ ਦੀ ਅਦਾਲਤ ਦੇ ਵਿੱਚ ਇਹਨਾਂ ਦਾ ਕੇਸ ਲੱਗ ਗਿਆ, ਔਰ ਉਹਨਾਂ ਨੇ ਸਾਰਾ ਜਿਹੜਾ ਦੇਖਿਆ ਦੋਨਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਉਹਨਾਂ ਨੇ ਉਹ ਸਜ਼ਾ ਬਰਕਰਾਰ ਰੱਖਤੀ। ਹੇਠਲੀ ਅਦਾਲਤ 'ਚੋਂ ਕੈਦ ਹੋ ਗਈ, ਉੱਪਰੋਂ ਸਜ਼ਾ ਬਰਕਰਾਰ ਰਹਿ ਗਈ, ਭਾਵੇਂ ਜੀ ਇਹਨਾਂ ਦੇ ਵਕੀਲ ਨੇ ਐਪਲੀਕੇਸ਼ਨ ਦਿੱਤੀ ਸੀ ਕਿ ਜੀ ਇਹਨਾਂ ਦੀ ਜਿਹੜੀ ਹੈਗੀ ਹੈ ਅਰੈਸਟ ਮੁਲਤਵੀ ਕਰ ਦਿੱਤੀ ਜਾਵੇ ਤੇ ਉੱਪਰਲੀ ਅਦਾਲਤ 'ਚ ਹਾਈ ਕੋਰਟ 'ਚ ਜੀ ਅਪੀਲ ਕਰਨ ਦੀ ਇਜਾਜ਼ਤ ਦੇ ਦਿੱਤੀ ਜਾਵੇ। ਲੇਕਿਨ ਮਾਨਯੋਗ ਸੈਸ਼ਨ ਕੋਰਟ ਨੇ ਕਹਿਤਾ ਨਹੀਂ, ਨਿਜਮ ਹੈ, ਭਾਵੇਂ ਕੋਈ ਸੈਲੀਬ੍ਰਿਟੀ ਹੋਵੇ, ਤੇ ਉਹਨਾਂ ਨੇ ਕਹਿਤਾ ਜੀ ਇਹਨਾਂ ਨੂੰ ਲੈ ਜਾਓ ਤੇ ਜੇਲ੍ਹ ਭੇਜ ਦਿਓ। ਤੇ ਉਹਨਾਂ ਦਾ ਕੱਲ ਮੈਡੀਕਲ ਕਰਵਾ ਕੇ ਜੇਲ੍ਹ ਭੇਜ ਦਿੱਤਾ ਹੈ ਜੀ। ਜੇਲ੍ਹ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਜਿਹੜੀ ਪਟਿਆਲਾ ਜੇਲ੍ਹ ਹੈ ਬੜੀ VIP ਜੇਲ੍ਹ ਬਣੀ ਹੋਈ ਹੈ। ਉੱਥੇ ਆਪਣੇ ਮਜੀਠੀਆ ਸਾਹਿਬ ਵੀ ਹੈਗੇ ਜੀ, ਸਿੱਧੂ ਸਾਹਿਬ ਵੀ ਹੈਗੇ, ਤੇ ਹੁਣ ਦਲੇਰ ਮਹਿੰਦੀ ਸਾਹਿਬ ਵੀ ਉੱਥੇ ਪਹੁੰਚੇ। ਪਰ ਕਿਉਂਕਿ ਅਦਾਲਤ ਨੇ ਜਿਹੜਾ ਫੈਸਲਾ ਕਰਤਾ ਜੀ, ਇਹਦੇ ਅੱਗੇ ਪਿੱਛੇ ਕੀ ਹੈ, ਇਹ ਤਾਂ ਖਬਰਾਂ ਫਿਰ ਨਿਕਲ ਕੇ ਆਉਣਗੀਆਂ। ਕਿਉਂਕਿ ਸਾਡੇ ਦੇਸ਼ ਦੇ ਵਿੱਚ ਆਪਾਂ ਜੇ ਕਹਿ ਦਈਏ ਕਿ ਨਿਆਂ ਹੁੰਦਾ ਹੈ, ਨਿਆਂ ਨਹੀਂ, ਇੱਥੇ ਫੈਸਲੇ ਹੁੰਦੇ ਜੀ, ਤੇ ਫੈਸਲੇ ਹੁੰਦੇ ਆ ਸਬੂਤਾਂ ਦੇ ਆਧਾਰ ਦੇ ਉੱਤੇ। ਸਬੂਤ ਭਾਵੇਂ ਬੰਦੇ ਨੇ ਝੂਠੇ ਦੇ ਕੇ ਸਾਬਤ ਕਰਤਾ ਕਿ ਸਬੂਤ ਸੱਚੇ ਹੈ, ਉਹਨਾਂ ਦੇ ਉੱਤੇ ਸਜ਼ਾ ਹੋ ਜਾਂਦੀ ਹੈ। ਤੇ ਜੇ ਦੂਜੀ ਧਿਰ ਸਾਬਤ ਕਰਦੇ ਕਿ ਸਬੂਤ ਝੂਠੇ ਹੈ ਤੇ ਬੰਦੇ ਬਰੀ ਵੀ ਹੋ ਜਾਂਦੇ, ਭਾਵੇਂ ਉਹ ਗੁਨਾਹਗਾਰ ਵੀ ਹੋ ਜੀ। ਸੋ ਹੁਣ ਆ ਜਾਈਏ ਜੀ, ਵੈਸੇ ਤਾਂ ਕਹਿਣਾ ਸੀਗਾ ਵੀ ਹਨੀਮੂਨ ਤਾਂ ਬੰਦ ਓਵਰ ਕਰ ਦੇਣੀ ਚਾਹੀਦੀ ਹੈ, ਪਰ ਮੈਂ ਵੇਖ ਰਿਹਾ ਸੀਗਾ ਕਿ ਫੋਟੋ ਸੈਸ਼ਨ ਲਗਾਤਾਰ ਜਾਰੀ ਨੇ। ਭਗਵੰਤ ਸਿੰਘ ਮਾਨ ਹੋਰਾਂ ਦੇ ਵਿਆਹ ਦੇ ਵਧਾਈਆਂ ਦੇਣ ਵਾਲੇ ਲਗਾਤਾਰ ਜਾ ਰਹੇ ਨੇ, ਮਠਿਆਈ ਦੇ ਡੱਬੇ ਵੀ ਲਗਾਤਾਰ ਜਿਹੜੇ ਨੇ ਉਹਨਾਂ ਨੂੰ ਦਿੱਤੇ ਜਾ ਰਹੇ ਨੇ। ਪਰ ਕਿਤੇ ਨਾ ਕਿਤੇ ਇਹ ਜਿਹੀ ਗੱਲ ਹੋ ਜਾਂਦੀ ਹੈ ਜਿਹੜੀ ਉਹ ਕਹਿੰਦੇ ਹੁੰਦੇ ਨਾ ਵੀ ਕੀਤੇ ਕਿਰਾਏ ਦੇ ਉੱਤੇ ਸਾਰਾ ਕੁਛ ਹੁੰਝਾ ਫੇਰ ਦਿੰਦੀ ਹੈ। ਬੜਾ ਸੋਚ ਸਮਝ ਕੇ ਬੰਦੇ ਨੂੰ ਇਹੋ ਜਿਹੇ ਕੰਮਾਂ 'ਚ ਰਹਿਣਾ। ਕਹਿੰਦੇ ਹੁਣ ਜਦੋਂ ਵਿਆਹ ਮੌਕੇ ਜਦੋਂ ਪਾਵਨ ਸਰੂਪ ਗੁਰੂ ਮਹਾਰਾਜ ਦੇ ਲਿਆਂਦੇ ਗਏ ਆ, ਜਿਹੜੇ ਵਾਹਨ ਦੇ ਵਿੱਚ, ਜਿਹੜੀ ਗੱਡੀ ਦੇ ਵਿੱਚ, ਉਹ ਹੁਣ ਇੱਕ ਡਿਸਪਿਊਟ ਜਿਹਨੂੰ ਆਪਾਂ ਕਹਿ ਸਕਦੇ ਹਾਂ ਕ੍ਰੀਏਟ ਹੋ ਗਿਆ ਉਹਦੇ ਉੱਤੇ। ਦਾਨੀਆਲੀਆ ਸਾਹਿਬ, ਮੈਨੂੰ ਨਹੀਂ ਇਸ ਗੱਲ ਦਾ ਪਤਾ ਜੀ ਕਿ ਸਾਡੇ ਸਿੰਘ ਸਾਹਿਬਾਨ ਨੇ ਕੋਈ ਅਜਿਹਾ ਫੈਸਲਾ ਕੀਤਾ ਜਾਂ ਕੋਈ ਅਜਿਹਾ ਨਿਯਮ ਹੈ ਕਿ ਜਿਹੜੀ ਗੱਡੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੋਣ ਉਹਨੂੰ ਤੁਸੀਂ ਸਰਚ ਨਹੀਂ ਕਰ ਸਕਦੇ ਜੀ। ਮੈਨੂੰ ਨਹੀਂ ਇਸ ਗੱਲ ਦਾ ਪਤਾ ਵੀ ਹੈ ਕਿ ਨਹੀਂ ਹੈ। ਲੇਕਿਨ ਨਾਲ ਹੀ ਆਪਾਂ ਇੱਕ ਗੱਲ ਹੋਰ ਦੇਖੀ ਤਾਂ ਉਹਨਾਂ ਜਿਹੜੇ ਮੁਲਾਜ਼ਮ ਹੈ ਜੀ, ਉਹਨਾਂ ਅਫਸਰਾਂ ਦਾ ਕੀ ਕਸੂਰ ਜਿਨ੍ਹਾਂ ਨੂੰ ਹੁਕਮ ਹੈ ਕਿ ਚੀਫ ਮਿਨਿਸਟਰ ਦੇ ਘਰ ਦੇ ਵਿੱਚ ਜੇ ਕੋਈ ਵੀ ਚੀਜ਼ ਆਉਂਦੀ ਹੈ ਤੇ ਹਰ ਚੀਜ਼ ਨੂੰ ਤੁਸੀਂ ਬਗੈਰ ਸਰਟੀਫਾਈ ਕੀਤੇ ਅੱਗੇ ਨਹੀਂ ਜਾਂਦੇ ਹੋ ਜੀ। ਠੀਕ ਹੈ ਕਿ ਜਿਸ ਗੱਡੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਹੋਣੀ ਦੇ ਸਰੂਪ ਸਵਾਰ ਹੈਗੇ, ਉਸ ਗੱਡੀ ਦੀ ਆਪਾਂ ਮੰਨ ਲੈਨੇ, ਪ੍ਰਜ਼ਿਊਮ ਕਰ ਲੈਨੇ ਕਿ ਦੁਰਵਰਤੋਂ ਨਹੀਂ ਹੋ ਸਕਦੀ। ਤੇ ਜੇ ਹੋ ਜੇ
ਫਿਰ ਕੀ ਕਰਾਂਗੇ। ਫਿਰ ਕੀ ਕਰਾਂ। ਠੀਕ ਹੈ। ਅਸਲ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੇ ਜਿਹੜੇ ਆਨੰਦ ਕਾਰਜ ਹੋਏ ਸੀ ਡਾਕਟਰ ਗੁਰਪ੍ਰੀਤ ਕੌਰ ਹੋਰਾਂ ਦੇ ਨਾਲ, ਜੀ ਪਹਿਲਾ ਫੈਸਲਾ ਸੀ ਕਿ ਸੈਕਟਰ 8 ਵਾਲੇ ਗੁਰੂ ਘਰ ਦੇ ਵਿੱਚ ਹੋਣਗੇ। ਫਿਰ ਇਹ ਗੱਲ ਦੇਖੀ ਗਈ ਕਿ ਚੀਫ ਮਿਨਿਸਟਰ ਦੀ ਮੈਰਿਜ ਹੋਣੀ ਹੈ ਤੇ ਫਿਰ ਉੱਥੇ ਸਾਰੇ ਨਾਕਾਬੰਦੀਆਂ ਲੱਗ ਜਾਣਗੀਆਂ। ਆਪੇ ਉਹ ਪਾਪਾਰਾਜ਼ੀ ਜਿਹੜੇ ਪੱਤਰਕਾਰ ਭਾਈਚਾਰਾ ਹੀ ਉਦੋਂ ਵੱਧ ਹੋ ਜਾਣਾ ਸੀ। ਉਹ ਪੱਤਰਕਾਰ ਭਾਈਚਾਰਾ ਹੁੰਦਾ ਜੀ। ਉਹ ਤੋਂ ਵੱਧ ਕੇ ਜਿਹੜੀ ਵੱਡੀ ਗੱਲ ਹੈ ਕਿ ਉਹ ਯੂਨੀਅਨ ਟੈਰੀਟਰੀ ਹੈ, ਉਹ ਰਾਜਧਾਨੀ ਹੈ 3 ਸਟੇਟਾਂ ਦੀ। ਉੱਥੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ ਸੀ ਤੇ ਮਾਮਲੇ ਨੇ ਕਿੰਨਾ ਹਾਈਲਾਈਟ ਹੋਣਾ ਸੀ। ਫਿਰ ਸ਼ਾਇਦ ਇਹਨਾਂ ਨੇ ਵਿਚਾਰ ਕੀਤਾ ਵੀ ਕੋਈ ਗੱਲ ਨਹੀਂ, ਆਪਾਂ ਘਰ ਹੀ ਕਰ ਲੈਣੀ ਜੀ। ਔਰ ਘਰ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਮੰਗਵਾ ਕੇ ਤੇ ਉਹਨਾਂ ਨੇ ਆਨੰਦ ਕਾਰਜ ਕਰ ਲਿਆ। ਉਹਨਾਂ ਨੂੰ ਜਿਹੜੇ ਮੁਲਾਜ਼ਮ ਖੜੇ ਆ, ਮੁਲਾਜ਼ਮਾਂ ਨੂੰ ਹੁਕਮ ਹੋਣਾ ਤਾਂ ਹੀ ਛੋਟੇ ਮੁਲਾਜ਼ਮਾਂ ਨੇ। ਵੈਸੇ ਮੇਰਾ ਖਿਆਲ ਹੈ ਚਾਹੇ ਕੋਈ ਹਿੰਦੂ ਹੈ ਤੇ ਚਾਹੇ ਕੋਈ ਸਿੱਖ ਹੈ ਮੁਲਾਜ਼ਮ, ਹਰ ਬੰਦੇ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਥਾ ਹੈ। ਜੀ ਜੀ। ਉਹਨਾਂ ਨੇ ਗੱਡੀ ਚੈੱਕ ਕਰ ਲਈ ਤੇ ਗੱਡੀ ਅੱਗੇ ਦਿੱਤੀ, ਅੱਗੇ ਚਲੀ ਗਈ। ਇਹਦੇ ਤੇ ਹੁਣ ਨਵੀਂ ਚਰਚਾ ਖੜੀ ਹੋ ਗਈ। ਨਵੀਂ ਚਰਚਾ ਹੋ ਗਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੀ ਅਗਵਾਈ 'ਚ, ਅੱਛਾ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਇੱਕ ਵਫਦ ਜਾਂਦਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਲੇ। ਅੱਛਾ ਜੀ। ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ, ਹਾਂ, ਕਾਰਵਾਈ ਕਰੋ। ਹੁਣ ਕਾਰਵਾਈ ਕਿਹਦੇ ਖਿਲਾਫ? ਜਿਹਦਾ ਬੰਦੇ ਦਾ ਵਿਆਹ ਰੱਖਿਆ ਹੈ, ਉਹਨੇ ਤਾਂ ਨਹੀਂ ਕਿਹਾ। ਨਾ, ਹੁਕਮ ਕਿੱਥੋਂ ਹੋਇਆ ਹੈ? ਇਹਦੇ ਤੇ ਹੁਣ ਜੇ ਆਪਾਂ ਪੜਤਾਲ ਕਰਨ ਲੱਗੀ ਤਾਂ ਮਾਮਲਾ ਬਹੁਤ ਵੱਡਾ ਹੋ ਜੂ। ਇਹਦੇ ਤੇ ਮੇਰੇ ਖਿਆਲ ਮੁਤਾਬਕ ਅਕਾਲ ਤਖਤ ਸਾਹਿਬ ਨੂੰ ਇਹੀ ਬੇਨਤੀ ਕਰ ਲਈਏ ਕਿ ਜੇ ਤਾਂ ਕੋਈ ਨਿਯਮ ਬਣਿਆ ਤਾਂ ਲੋਕਾਂ ਨੂੰ ਦੱਸ ਦਿਓ। ਜੇ ਕੋਈ ਨਿਯਮ ਨਹੀਂ ਬਣੇ ਤਾਂ ਬਣਾ ਦਿਓ ਤਾਂ ਕਿ ਅਗਾਂਹ ਵਾਸਤੇ ਇਹੋ ਜਿਹਾ ਜਿਹੜਾ ਹੈਗਾ ਕੋਈ ਪ੍ਰੋਬਲਮ ਨਾ ਕਰੇ, ਸਮੱਸਿਆ ਨਾ ਖੜੀ ਹੋਵੇ। ਇਹ ਕਿਉਂਕਿ ਬਹੁਤ ਸੈਂਸਿਟਿਵ ਮਾਮਲਾ ਹੈ ਤੇ ਆਪਾਂ ਇਹ ਜਾਣਦੇ ਇਹਨਾਂ ਗੱਲਾਂ ਤੋਂ ਹੀ ਗੱਲ ਜਿਹੜੀ ਹੈ ਤੁਰਦਿਆਂ ਕਿਤੇ ਦੀ ਕਿਤੇ ਚਲੀ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦਾ ਮਾਨ ਸਨਮਾਨ ਸਤਿਕਾਰ ਅਸੀਂ ਸਾਰੇ ਕਰਦੇ ਹਾਂ, ਨਤਮਸਤਕ ਹੁੰਦੇ ਹਾਂ। ਕੋਈ ਵੀ ਬੰਦਾ ਗੁਰੂ ਗ੍ਰੰਥ ਸਾਹਿਬ ਤੋਂ, ਮੇਰਾ ਖਿਆਲ ਹੈ ਵੀ ਜੇ ਆਪਾਂ ਵਿਦੇਸ਼ਾਂ ਦੇ ਵਿੱਚ ਦੇਖੀਏ, ਉਹ ਲੋਕ ਵੀ ਜਿਨ੍ਹਾਂ ਦਾ ਸਿੱਖੀ ਨਾਲ ਜਾਂ ਸਿੱਖ ਪੰਥ ਨਾਲ ਦੂਰ ਦਾ ਵੀ ਨਹੀਂ ਵਾਸਤਾ, ਸਰਕਾਰ ਤਾਂ ਉਹ ਵੀ ਕਰਦੀ। ਬਿਲਕੁਲ, ਮੈਂ ਤਾਂ ਦੇਖ ਕੇ ਆਇਆ ਉੱਥੇ। ਹਾਂਜੀ। ਉੱਥੇ ਤਾਂ ਢਿੱਲੋਂ ਸਾਹਿਬ ਕਈ ਇਹੋ ਜਿਹੇ ਸ਼ਹਿਰ ਨੇ ਜਿੱਥੇ ਮੈਂ ਦੇਖਿਆ, ਮੈਨੂੰ ਬੜੀ ਖੁਸ਼ੀ ਹੋਈ। ਸਾਡੇ ਜਿਹੜੇ ਇੰਡੀਅਨਸ ਨੇ ਸਾਊਥ ਤੋਂ, ਜ਼ਿਆਦਾਤਰ ਉਹ ਕੀ ਕਹਿੰਦੇ ਆ IT ਇੰਡਸਟਰੀ ਨਾਲ ਹੈ ਤੇ ਦੇਖ ਕੇ ਆਪਦੇ ਬੱਚਿਆਂ ਨੂੰ ਉੱਥੇ ਲਿਜਾਂਦੇ ਨੇ, ਲੰਗਰ 'ਚ ਯੋਗਦਾਨ ਪਾਉਂਦੇ ਆ, ਸੇਵਾ ਕਰਦੀਆਂ ਬੀਬੀਆਂ। ਪੰਜਾਬੀ ਭਾਵੇਂ ਨਹੀਂ ਸਮਝ ਆਉਂਦੀ ਉਹਨਾਂ ਨੂੰ, ਪਰ ਉਹ ਟ੍ਰੈਡੀਸ਼ਨਸ ਫਾਲੋ ਕਰਨ ਦੀ ਕੋਸ਼ਿਸ਼ ਕਰਦੇ ਆ ਹਰ ਤਰ੍ਹਾਂ ਨਾਲ। ਮੈਂ ਬਹੁਤ ਨੋਟਿਸ ਕੀਤਾ ਕਿ ਗੁਰੂ ਮਹਾਰਾਜ ਦੇ ਵਿੱਚ ਸ਼ਰਧਾ ਸਾਰੇ ਇੰਡੀਆ ਦੀ ਹੈ ਬਾਹਰ ਜਾ ਕੇ। ਬਿਲਕੁਲ ਜੀ, ਬਿਲਕੁਲ ਜੀ। ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਨੂੰ ਇੱਥੇ ਹੀ ਤੁਹਾਡੇ ਤੋਂ ਸਮਾਪਤ ਕਰਨ ਦੀ ਆਗਿਆ ਚਾਹੁੰਦੇ ਹਾਂ ਜੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। ਸ਼ਮਾਦਾਨ